बिखै बिख खाही माया मोह भरम पै भूले सुत दारा स्यों प्रीत लगाई एक उत्तम पंथ सुनिया गुर संगत तिह मिलंत जम त्रास मिटाई एक अरदास पाठ कीरत की गुरु रामदास रखो शरणाई एक अरदास पाठ कीरत की गुरु रामदास रखो शरणाई। श्री नानक पद पंकज कंदन पाद पंकज सिमरो गुरु अमरदास हृदय नित श्री गुरु रामदास गुण गावो श्री अर्जुन विघ्न के श्री हरि गोविंद शुभ सुमत पर श्री हरि राय नमोकार जोगी नमोकार श्री हरि कृष्ण मनाए एक बहादुर परम कृपाला जी परम श्री गुरु गोविंद सिंह अवतार गुण गुण सीसा जी गुण गुण सीसा बंदा बार बार जागे जामे मृत ज्ञान है मानक भगत बैराग श्री गुरु ग्रंथ साहिब उदद बंदा करे अनुराग एक ओंकार सतगुरु तेरे प्रसाद सच हो वाहिगुरु जी की फतेह विघ्न विनाशन वाहिगुरु जी की फतेह विघ्न विनाशन वाहिगुरु साहिब जी। चौकड़ खर्चन जो विद चीनी परमानंद सबह तब कीनी राह लाग युग घाते होयो भई बधाई शोक बिगोयो चौकड़ खर्चन जो विद चीनी परमानंद सबह तब कीनी राह लाग युग घाते होयो भई बधाई शोक बिगोयो। वाहिगुरु जी का खालसा वाहिगुरु जी की फतेह। जुगो जुग अटल चवर छत्र तख्तां दे मालिक हाजरा हजूर सर्व कला भरपूर शक्तिमान दयालु पिता मुक्ति दाते गुरु ग्रंथ साहिब सच्चे पातशाह तिन्हां दी पावन हजूरी अंदर संध्या दे दीवान दी आरंभता हुई है।
ਆਪ ਗੁਰੂ ਪਿਆਰ ਵਿੱਚ ਗੁਰੂ ਸੰਗਤਾਂ ਨੇ ਭੇਜਣਾ ਕੀਤਾ ਹੈ। ਜ਼ਿੰਦਗੀ ਦੇ ਪਲਾਂ ਨੂੰ ਸਫਲ ਕਰਨ ਵਾਸਤੇ ਆਪਾਂ ਸਾਰਿਆਂ ਨੂੰ ਸਾਈਂ ਨੇ ਆਪਣੇ ਕੋਲ ਬੁਲਾਇਆ ਹੈ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਕਹਿੰਦੇ ਜਿੰਨਾ ਮਰਜ਼ੀ ਕਮਾਈ ਕਰ ਲਈ ਤੇਰੇ ਕਿਸੇ ਕੰਮ ਨਹੀਂ ਆਉਣੀ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਸ ਕਰਕੇ ਕਹਿੰਦੇ ਸੰਗਤ ਵਿੱਚ ਆਇਆ ਕਰ ਤੇ ਆ ਕੇ ਕੀ ਕਰਨਾ ਹੈ? ਭਜ ਕੇਵਲ ਨਾਮ, ਨਾਨਕ ਕਹਿ ਕਰ ਕੇਵਲ ਨਾਮ। ਮਹਾਰਾਜ ਦੇ ਕਰ ਸਿਰਫ ਨਾਮ ਹੀ ਪ੍ਰਵਾਨ ਹੈ, ਬਾਕੀ ਕੁਛ ਨਹੀਂ। ਨਾਮ ਦੀ ਮਹਿਮਾ ਬਹੁਤ ਵੱਡੀ ਹੈ, ਬਹੁਤ ਜ਼ਿਆਦਾ ਵੱਡੀ ਹੈ। ਆਓ ਸਾਧ ਸੰਗਤ ਜੀ ਆਨੰਦ ਮਾਣੀਏ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਗੁਰ ਹੋਏ ਦਇਆਲ ਸਤਿਗੁਰ ਹੋਏ ਦਇਆਲ ਸਤਿਗੁਰ ਹੋਏ ਦਇਆਲ ਸਤਿਗੁਰ ਹੋਏ ਦਇਆਲ ਸ਼ਰਧਾ ਪੂਰੀਐ ਤਾਂ ਸ਼ਰਧਾ ਪੂਰੀਐ ਸ਼ਰਧਾ ਪੂਰੀਐ ਤਾਂ ਸ਼ਰਧਾ ਸਤਿਗੁਰ ਹੋਏ ਦਇਆਲ ਸਤਿਗੁਰ ਹੋਏ ਦਇਆਲ ਸਤਿਗੁਰ ਹੋਏ ਦਇਆਲ ਨਾ ਕਬਹੂ ਚੋਰੀਐ ਨਾ ਕਬਹੂ ਚੋਰੀਐ ਸਤਿਗੁਰ ਹੋਏ ਦਇਆਲ ਸਤਿਗੁਰ ਹੋਏ ਦਇਆਲ ਸਤਿਗੁਰ ਹੋਏ ਦਇਆਲ ਸ਼ਰਧਾ ਪੂਰੀ ਹੈ। ਸ਼ਰਧਾ ਸਾਰਿਆਂ ਦੀ ਹੁੰਦੀ ਹੈ ਪਰ ਮਹਾਰਾਜ ਪੂਰੀ ਵੀ ਕਰਦੇ ਆ। ਕਿਸੇ ਦੀ ਸ਼ਰਧਾ ਹੁੰਦੀ ਹੈ ਕਿ ਮਹਾਰਾਜ ਕਿਤੇ ਮੇਰੇ ਘਰ ਵੀ ਆਓ, ਮੈਂ ਵੀ ਤੇਰੇ ਕਥਾ ਕੀਰਤਨ ਵਾਲੇ ਸੱਦਾਂ। ਬੜੀ ਖੁਸ਼ੀ ਹੁੰਦੀ ਕਈਆਂ ਨੂੰ। ਜ਼ਿੰਦਗੀ ਦੇ ਵਿੱਚ ਨਾ ਅੱਜ ਪਹਿਲੀ ਵਾਰੀ ਮੈਨੂੰ ਵੀ ਮਹਿਸੂਸ ਹੋਇਆ ਵੀ ਸਤਿਗੁਰੂ ਮਹਾਰਾਜ ਮੈਂ ਕਿੰਨੀਆਂ ਸੰਗਤਾਂ ਦੇ ਘਰ ਗਿਆ ਪਰ ਤੁਸੀਂ ਮੇਰੇ ਘਰ ਕਦੋਂ ਆਉਣਾ। ਭਾਵਨਾ ਕਿਤੇ ਬਣ ਜਾਂਦੀ ਹੈ ਕਿ ਮੇਰੇ ਘਰ ਵੀ ਕੋਈ ਗਾਵੇ ਰੱਬ ਦੇ ਗੀਤ। ਵੈਸੇ ਹੈ ਤਾਂ ਚਲੋ ਆਪਾਂ ਸਾਰੇ ਪ੍ਰਾਹੁਣੇ ਹੀ ਆ। ਤੁਹਾਰੇ ਕਹਿੰਦੇ ਸਤਿਗੁਰੂ ਹੋਏ ਦਇਆਲ ਤਾਂ ਗੁਰੂ ਜਦੋਂ ਦਿਆਲ ਹੁੰਦਾ ਉਦੋਂ ਸ਼ਰਧਾ ਪੂਰੀ ਹੁੰਦੀ ਹੈ। ਫਿਰ ਮਹਾਰਾਜ ਕਹਿੰਦੇ ਸਤਿਗੁਰੂ ਹੋਏ ਦਇਆਲ ਨਾ ਕਬਹੂ। ਹੁਣ ਆਪਾਂ ਸਾਰੇ ਝੁਰਦੇ ਰਹੀਦਾ, ਵੱਡੇ ਵੀ ਨਿੱਕੇ ਜਿੰਨੇ ਆਪਾਂ ਸਾਰੇ ਕਿਸੇ ਨਾ ਕਿਸੇ ਗੱਲੋਂ ਕੋਈ ਨਾ ਕੋਈ ਬੰਦਾ ਝੁਰਦਾ ਹੀ ਆ, ਕਿਉਂਕਿ ਸਾਰੇ ਪਾਸਿਓਂ ਤਾਂ ਸੁਖੀ ਕੋਈ ਨਹੀਂ। ਕਿਸੇ ਨਾ ਕਿਸੇ ਪਾਸਿਓਂ ਹਰ ਕਿਸੇ ਨੂੰ ਉਹਨੇ ਚੁੰਡੀ ਭਰੀ ਆ। ਭਾਵ ਜੇ ਕੋਈ ਬੱਚਿਆਂ ਵੱਲੋਂ ਸੁਖੀ ਆ ਤੇ ਉਹ ਧਨ ਵੱਲੋਂ ਦੁਖੀ ਆ, ਜੇ ਕੋਈ ਧਨ ਵੱਲੋਂ ਸੁਖੀ ਤੇ ਬੱਚਿਆਂ ਵੱਲੋਂ, ਜੇ ਕੋਈ ਧਨ ਵੱਲੋਂ ਵੀ ਬੱਚਿਆਂ ਵੱਲੋਂ ਵੀ ਉਹ ਰੋਗੀ ਹੈ। ਇਸ ਕਰਕੇ ਤੁਹਾਨੂੰ ਮੇਰੇ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰੂ ਹੋਏ ਦਇਆਲ ਨਾ ਕਬਹੂ। ਸਤਿਗੁਰੂ ਤੂੰ ਦਿਆਲ ਹੋਵੇਂ ਤੇ ਫਿਰ ਝੁਰਦੇ ਨਹੀਂ ਅਸੀਂ, ਫਿਰ ਚੜ੍ਹਦੀ ਕਲਾ ਵਿੱਚ ਰਵਾਂਗੇ। ਚੌਪੜ ਕਰਚਨ ਜੋ ਬਿਦ ਚੀਨੀ। ਮਹਾਰਾਜ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ਼ ਜੀ ਦੇ ਪਿਆਰਿਆਂ ਨੇ ਖਰਚ ਕਰਨ ਵਾਸਤੇ ਮਾਇਆ ਕੋਲ ਲੈ ਲਈ ਹੈ। ਪਰਮਾਨੰਦ ਸਬਹਿ ਤਬ ਕੀਨੀ। ਔਰ ਕਹਿੰਦੇ ਹਨ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜਜਮਾਨ ਭਾਈਆ ਜੈ ਰਾਮ ਜੀ ਦੇ ਪਿਤਾ ਜੀ ਪਰਮਾਨੰਦ ਜੀ ਕਹਿੰਦੇ ਉਹਨਾਂ ਨੇ ਵੀ ਗੱਫਾ ਕੋਲੇ ਲੈ ਲਿਆ, ਕਿਉਂਕਿ ਸਾਰਿਆਂ ਨੂੰ ਚਾਅ, ਨਾਨੀ ਵੀ ਘੱਟ ਨਹੀਂ, ਨਾਨਾ ਵੀ ਘੱਟ ਨਹੀਂ, ਦਾਦੀ ਵੀ ਘੱਟ ਨਹੀਂ, ਦਾਦਾ ਵੀ। ਔਰ ਇੱਥੇ ਵੇਖੋ ਕੁੜਮਾਚਾਰੀ ਬੇਬੇ ਨਾਨਕੀ ਦਾ ਵੀ ਦਿਲ ਬਹੁਤ ਵੱਡਾ ਤੇ ਬੇਬੇ ਦੇ ਸਹੁਰਾ ਸਾਹਿਬ ਦਾ ਵੀ ਦਿਲ ਬਹੁਤ। ਵੱਡਿਆਂ ਨੂੰ ਵੱਡੇ ਦਿਲਾਂ ਵਾਲਿਆਂ ਦੀ ਖਿੱਚ ਹੁੰਦੀ ਹੈ। ਪੰਛੀ ਨੂੰ ਪੰਛੀ ਮਿਲਦਾ, ਪਸ਼ੂ ਨੂੰ ਪਸ਼ੂ ਮਿਲਦਾ, ਗੁਰਮੁਖਾਂ ਨੂੰ ਗੁਰਮੁਖ ਮਿਲਦੇ, ਸਾਖਤਾਂ ਨੂੰ ਸਾਖਤ ਮਿਲਦੇ ਹੈ, ਭੂਤਨਿਆਂ ਨੂੰ ਭੂਤਨੇ ਮਿਲਦੇ ਹੈ।
इस करके महाराज सच्चे पातशाह कहते ਜਿਹੜੇ ਭੂਤਨਿਆਂ ਵਰਗੇ ਉਹਨਾਂ ਨੇ ਭੂਤਨਿਆਂ ਕੋ ਬਹਿਣਾ। ਭੂਤਨੇ ਕਿੱਥੇ ਹੁੰਦੇ ਭਲਾ? ਵਿਆਹਾਂ 'ਚ ਸ਼ਰਾਬ ਪੀ ਕੇ ਪੱਗਾਂ ਖੁੱਲੀਆਂ ਵਾਲ ਖਿੰਦਰੇ ਹੁੰਦੇ ਨਾ, ਉਹ ਲੱਦ ਕੇ ਕਹਿੰਦੇ ਬਹਿ ਜਾ ਗੱਡੀ 'ਚ, ਕਹਿੰਦਾ ਮੈਂ ਨਹੀਂ ਜਾਣਾ, ਮੈਂ ਇੱਥੇ ਰਹਿਣਾ। ਉਹ ਕਹਿੰਦੇ ਇੱਥੇ ਤੈਨੂੰ ਰੁੱਖਦੇ, ਅੱਧੀ ਰਾਤ ਹੋ ਗਈ ਹੈ। ਉਹ ਭੂਤਨੇ ਹੈ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦਇਆ ਦੇ ਦਾਤੇ ਦੇ ਮਹਾਰਾਜ ਜੀ ਬੇਬੇ ਨਾਨਕੀ ਜੀ ਦੇ ਸਹੁਰਾ ਸਾਹਿਬ ਜੀ, ਉਹ ਵੀ ਬੜੇ ਪਿਆਰ ਵਾਲੀ ਮੂਰਤ ਹੈ। ਰਾਹ ਲਾਗ ਜੁਗ ਖਾਤੇ ਹੋਇਆ। ਔਰ ਕਹਿੰਦੇ ਹਨ ਕਿ ਦੋਵਾਂ ਤਰਫਾਂ ਪਾਸਿਓਂ ਰੋਹ ਰੀਤੀ ਜਿਹੜੀ ਇੱਕੋ ਜੀ ਹੈ। ਭਾਵ ਕੋਈ ਵਿਰਲਾ ਹੀ ਹੋਊ, ਨਹੀਂ ਤੇ ਸਾਰੇ ਗੁਰੂ ਨਾਨਕ ਰੱਬ ਜੀ ਦੇ ਵਿਆਹ ਦੇ ਵਿੱਚ ਬੜੇ ਖੁੱਲੇ ਦਿਲ ਲੈ ਕੇ ਆਏ। ਕਿਉਂਕਿ ਜੇ ਰੱਬ ਦਾ ਹੀ ਦਿਲ ਛੋਟਾ ਹੋ ਗਿਆ ਤੇ ਆਪਣਾ ਕੀ ਬਣੂ? ਕਹਾਵਤ ਨਾ ਵੀ ਰਾਜਿਆਂ ਦੇ ਘਰ ਮੋਤੀਆਂ ਦਾ ਦੱਦਾ ਦਾਤਾ ਏਕ ਹੈ। ਜਿਹੜਾ ਦੁਨੀਆ ਨੂੰ ਦੇਣ ਵਾਲਾ ਹੈ, ਉਹਦੇ ਘਰ ਵਿੱਚ ਉਹਦੀ ਵਾਰੀ ਤੇ ਕਮੀ ਨਹੀਂ ਆ ਸਕਦੀ। ਕਹਿੰਦੇ ਬਟਾਲੇ ਦੀ ਧਰਤੀ ਤੇ ਕੁੜਮ ਕੁੜਮਾਈ ਆਇਆ ਬਲਰਾਮ ਜੀ। ਦੋਨਾਂ ਪਾਸਿਆਂ ਤੋਂ ਰਿਸ਼ਤੇਦਾਰ ਜਿਹੜੇ ਮਿਲੇ ਹਨ, ਜੀ ਆਇਆਂ ਆਖਿਆ ਤੇ ਵਧਾਈਆਂ ਦਿੱਤੀਆਂ ਹਨ। ਔਰ ਕਹਿੰਦੇ ਹਨ ਕਿ ਗੁਰੂ ਨਾਨਕ ਦੇ ਪਿਤਾ ਜੀ ਮਹਿਤਾ ਕਲਿਆਣ ਦਾਸ ਜੀ ਇਕਾਂਤ ਦੇ ਵਿੱਚ ਲੈ ਗਏ ਹਨ। ਪਰਮਾਨੰਦ ਸੁਨੋ ਸੁਖ ਖਾਨੀ। ਕਹਿੰਦੇ ਕਿਹਨੂੰ ਇਕਾਂਤ ਚ ਲੈ ਗਏ? ਭਾਵ ਕੀ ਵੀਰ ਆਪਾਂ ਕਿਹਦੇ ਨਾਲ ਗੱਲ ਸੁਣਿਓ ਪਾਸੇ ਹੋ ਕੇ। ਏਦਾਂ ਕਵੀ ਜੀ ਕਹਿੰਦੇ ਆ, ਮਹਿਤਾ ਕਲਿਆਣ ਦਾਸ ਜੀ ਆਪਣੇ ਕੁੜਮ ਨੂੰ, ਕੁੜਮੀ ਲੱਗਣਾ ਬੇਬੇ ਨਾਨਕੀ ਦਾ ਸਹੁਰਾ, ਕਹਿਣ ਲੱਗੇ 2 ਮਿੰਟ ਆਇਓ ਬਚਨ ਸੁਣਿਓ। ਕਹਿੰਦੇ ਇੱਕ ਪਾਸੇ ਨੂੰ ਇਕਾਂਤ ਵੱਲ ਨੂੰ ਦੋਨੋਂ ਜਾਣੇ ਆਏ ਹਨ। ਕਹਿੰਦੇ ਪਟਵਾਰੀ ਸਾਹਿਬ ਬੜੇ ਸ਼ੈਤਾਨ ਹੈ। ਕਹਿੰਦੇ ਵੀ ਏਦਾਂ ਕਰੋ, ਤੁਸੀਂ ਸਾਹੇ ਦਾ ਬਚਨ ਤੋਰੋ ਮੂਲੇ ਚੌਣੇ ਤੋਂ। ਮੂਲ ਚੰਦ ਖੱਤਰੀ ਨੂੰ ਸਾਹੇ ਦੇ ਬਾਰੇ ਜਿਹੜੀ ਗੱਲਬਾਤ ਹੈ ਤੁਸੀਂ ਕਰੋ। ਔਰ ਕਹਿੰਦੇ ਜਿਹੜਾ ਇਸ ਤਰ੍ਹਾਂ ਸਾਹਾ ਕੱਢੋ ਵੀ ਛੇਤੀ ਛੇਤੀ ਮੇਰੇ ਨਾਨਕ ਦਾ ਵਿਆਹ ਹੋ ਜੇ। ਕਿਉਂਕਿ ਉਹਨੂੰ ਏਦਾਂ ਸੀ ਵੀ ਛੇਤੀ ਵਿਆਹਿਆ ਜਾਵੇ ਤੇ ਛੇਤੀ ਗੱਫੇ ਜੋੜੇ, ਪਰ ਇਹਦੀਆਂ ਵਿੱਚੇ ਆਸਾਂ ਵਿੱਚੇ ਰਹਿ ਜਾਣੀਆਂ। ਜੋ ਸੰਗਤ ਕਈ ਵਾਰੀ ਨਾ, ਚਲੋ ਇਹ ਤਾਂ ਆਪਾਂ ਹੱਸਦੇ ਹਾਂ, ਕਈ ਵਾਰੀ ਮਾਂ ਪਿਓ ਨੇ ਬੜੇ ਸੁਪਨੇ ਸੋਚੇ ਹੁੰਦੇ ਵਿਆਹ ਦੇ, ਵੀ ਵਿਆਹਾਂਗੇ, ਬਹੂ ਲਿਆਵਾਂਗੇ, ਬੱਚੇ ਕਢਾਵਾਂਗੇ। ਉਹ ਕਰਮਾਂ ਨਾਲ ਹੀ ਸੁੱਖ ਮਿਲਦਾ। ਕਈਆਂ ਦੇ ਚਾਅ ਵੀ ਚੁੱਲ੍ਹੇ 'ਚ ਹੀ ਸੜ ਜਾਂਦੇ। ਭਾਗਾਂ ਤੋਂ ਬਿਨਾਂ ਸੁੱਖ ਨਹੀਂ ਮਿਲਦਾ। ਕਈ ਵਿਚਾਰੇ ਇੰਨਾ ਚਾਅ ਨਾਲ ਰਿਸ਼ਤਾ ਲੱਭ ਕੇ ਕਿਤੇ 2-2 ਡੱਬੇ ਬਰਫੀ ਦੇ, ਕੋਈ ਦਿਲ ਤੇ ਨਾ ਲਾ ਲਿਓ ਹੁਣ, ਕਈ ਵਾਰ ਕਈਆਂ ਦੇ ਘਰਾਂ 'ਚ ਹੁੰਦਾ ਜੀ, ਤੇ ਬੜੇ ਚਾਅ ਨਾਲ ਵਰੀ ਬਣਾਉਣਗੇ, ਹਲਵਾਈ ਵੀ ਵਧੀਆ, ਬਾਬਾ ਜੀ ਦੇਗ ਵੀ ਧਿਆਨ ਨਾਲ ਮਰਜ਼ਾਦਾ ਨਾਲ ਬਣਾਏ, ਪਾਠ ਹੌਲੀ ਕਰਿਓ। ਕਈ ਵਾਰੀ ਇੰਨੇ ਚਾਵਾਂ ਨਾਲ ਬੱਚਾ ਵਿਆਹਿਆ ਹੁੰਦਾ, ਹਾਂਜੀ, ਤੇ ਫਿਰ ਜਦੋਂ ਅਗਲੇ ਪਾਸੇ ਚੰਗੇ ਜੀ ਨਹੀਂ ਮਿਲਦੇ, ਕਿੰਨਿਆਂ ਚਾਵਾਂ ਨਾਲ ਪਾਣੀ ਵਾਰ ਕੇ ਲਿਆਂਦੀਆਂ, ਫਿਰ ਕਚਹਿਰੀਆਂ ਦੇ ਚੱਕਰ ਲਵਾ ਦਿੰਦੀਆਂ। ਫਿਰ ਉੱਥੇ ਰੋਣਾ ਵੀ ਕਈ ਵਾਰੀ ਪੈ ਜਾਂਦਾ ਹੈ, ਦੁੱਖ ਵੀ ਆਉਂਦਾ ਹੈ ਕਿ ਇੰਨਾ ਤੇ ਤੈਨੂੰ ਕਬਲਗੇ ਲਿਆਉਣ ਲਈ ਚਾਅ ਲਾਇਆ ਜਿੰਨਾ ਸਾਰੀ ਜ਼ਿੰਦਗੀ ਨਹੀਂ, ਤੇ ਤੂੰ ਆਉਂਦਿਆਂ ਹੀ ਥਾਣੇ ਬਚਾ ਚੱਲੀ ਹੈ। ਫਿਰ ਗੱਲ ਉੱਥੇ ਭਾਗਾਂ ਦੀ ਆਉਂਦੀ ਹੈ। ਤੋ ਇਸ ਕਰਕੇ ਕਹਿੰਦੇ ਹਨ ਕਿ ਪਟਵਾਰੀ ਸਾਹਿਬ ਪਰਮਾਨੰਦ ਬਾਪੂ ਜੀ ਨੂੰ, ਬੇਬੇ ਨਾਨਕੀ ਦੇ ਸਹੁਰਾ ਸਾਹਿਬ ਜੀ ਨੂੰ ਕਹਿੰਦੇ ਸਾਹੇ ਦੀ ਗੱਲ ਕਰੋ ਵੀ ਛੇਤੀ ਛੇਤੀ ਵਿਆਹ ਦਾ ਦਿਨ ਬੰਨ ਲਈਏ, ਦੇਰੀ ਨਾ ਕਰਿਓ। ਕਹਿੰਦੇ ਉਸ ਵੇਲੇ ਮੂਲ ਚੰਦ ਜੀ, ਮਾਤਾ ਸੁਲੱਖਣੀ ਦੇ ਪਿਤਾ ਜੀ, ਉਹਨਾਂ ਨੂੰ ਆਵਾਜ਼ ਮਾਰਨਾ ਕੀਤੀ ਹੈ। ਬਾਪੂ ਪਰਮਾਨੰਦ ਜੀ ਨੇ ਸਾਰੀ ਗੱਲਬਾਤ ਜਿਹੜੀ ਹੈ ਮੂਲ ਚੰਦ ਜੀ ਦੇ ਨਾਲ ਕਰਨਾ ਕੀਤੀ ਹੈ। ਕਹਿਣ ਲੱਗੇ ਜੀ ਤੁਹਾਡੀ ਬੇਟੀ ਤੇ ਸਾਡਾ ਨਾਨਕ ਬੜੇ ਸੋਹਣੇ ਲੱਗਦੇ, ਆਖੋ ਸਤਿਨਾਮ।
ਧੰਨ ਮੇਰੇ ਗੁਰੂ ਨਾਨਕ ਆਪ ਰੱਬ ਸੀ, ਸੋਹਣਿਆਂ ਦੇ ਸੋਹਣੇ ਹੈ ਕਿ ਨਮੋ ਸੂਰਜ ਸੂਰਜੇ, ਨਮੋ ਚੰਦਰ। ਮਹਾਰਾਜ ਸੱਚੇ ਪਾਤਸ਼ਾਹ ਕਿਸੇ ਨੇ ਫੁੱਲ ਨੂੰ ਤੋੜਨਾ ਚਾਹਿਆ ਤੇ ਫੁੱਲ ਨੇ ਆਖਿਆ ਮੈਨੂੰ ਨਾ ਤੋੜੀ, ਮੈਂ ਟਾਹਣੀ ਨਾਲ ਜੁੜਿਆ। ਟਾਹਣੀ ਨੂੰ ਕੱਟਣ ਲੱਗਾ, ਟਾਹਣੀ ਕਹਿੰਦੀ ਮੈਂ ਤਣੇ ਦੇ ਨਾਲ ਜੁੜੀ ਹਾਂ। ਤਣੇ ਨੂੰ ਕੱਟਣ ਲੱਗਾ, ਤਣਾ ਕਹਿੰਦਾ ਮੈਨੂੰ ਨਾ ਛੇੜੀ, ਮੈਂ ਜੜ੍ਹਾਂ ਨਾਲ ਜੁੜਿਆ ਏ। ਜੜ੍ਹਾਂ ਨੂੰ ਕੱਟਣ ਲੱਗੇ ਉਹ ਕਹਿੰਦਾ ਮੈਨੂੰ ਨਾ ਛੇੜਿਓ, ਮੈਂ ਧਰਤੀ ਮਾਂ ਦੇ ਨਾਲ। ਧਰਤੀ ਨੂੰ ਪੁੱਛਿਆ, ਉਹ ਕਹਿੰਦੀ ਮੇਰਾ ਵੀ ਰੂਪ ਸੂਰਜ ਕਰਕੇ ਹੀ ਫੱਬਦਾ ਹੈ। ਤੋ ਇਸ ਕਰਕੇ ਸੂਰਜ ਨੂੰ ਪੁੱਛਿਆ ਤੇ ਉਹ ਕਹਿੰਦਾ ਮੈਨੂੰ ਵੀ ਨਾ ਛੇੜਿਓ, ਦਰਅਸਲ ਮੇਰੇ ਪਿੱਛੇ ਵੀ ਕੋਈ ਬੈਠਾ ਜਿਹੜਾ ਮੈਨੂੰ ਲਾਈਟ ਦੇ ਰਿਹਾ ਤੇ ਮੈਂ ਗਾਂ ਦੁਨੀਆ 'ਚ ਚਾਨਣ ਕਰਦਾ। ਜਾਪ ਸਾਹਿਬ ਪੜ੍ਹਦੇ ਹੁੰਦੇ ਸਵੇਰੇ, ਉੱਥੇ ਬਚਨ ਆਉਂਦਾ ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਧੰਨ ਮੇਰੇ ਗੁਰੂ ਗੋਬਿੰਦ ਸਿੰਘ ਕਹਿੰਦੇ ਹੈ ਅਕਾਲ ਪੁਰਖ ਤੂੰ ਸੂਰਜਾਂ ਦਾ ਸੂਰਜ ਹੈ। ਚੰਦਰਮਾ ਵੀ ਤੇਥੋਂ ਚਾਨਣੀ ਲੈਂਦਾ, ਸੂਰਜ ਵੀ ਤੇਰੇ ਤੋਂ ਤਾਕਤ ਲੈ ਰਿਹਾ ਹੈ। ਜਾਪ ਸਾਹਿਬ ਜੀ 199 ਪੌੜੀਆਂ, ਸਾਰਾ ਜਾਪ ਸਾਹਿਬ ਪ੍ਰਭੂ ਜੀ ਦੀ ਉਸਤਤੀ ਆ। ਕੱਲਾ ਕੱਲਾ ਛੰਦ ਇੰਨਾ ਪਿਆਰਾ ਅਰੂਪ ਹੈ। ਮਹਾਰਾਜ ਤੇਰਾ ਕੋਈ ਰੂਪ ਹੀ ਨਹੀਂ, ਪਤਾ ਨਹੀਂ ਤੂੰ ਕਿੱਥੇ ਕੀੜੀ ਬਣ ਕੇ ਵੀ ਵਿੱਚ ਬੈਠਾ ਹੋਵੇਂ। ਅਨੂਪ ਹੈ ਤੂੰ, ਉਪਮਾ ਤੋਂ ਰਹਿਤ ਹੈ। ਸਾਰੀ ਗੁਰਬਾਣੀ ਹੈ ਇੱਕ ਨਾ ਅਰਥਾਂ ਵਾਲਾ ਮਿਲਦਾ ਸਰੂਪ ਗੁਟਕਾ ਸਾਹਿਬ ਦਾ, ਉਹ ਲਿਆ ਕੇ ਰੱਖੋ। ਕੋਸ਼ਿਸ਼ ਕਰਿਆ ਕਰੋ, ਜਿਨ੍ਹਾਂ ਨੂੰ ਕੰਠ ਹੈ ਨਾਲ ਨਾਲ ਅਰਥ ਵੀ ਪੜ੍ਹਨੇ ਸ਼ੁਰੂ ਕਰੋ। ਜਿਵੇਂ ਜਿਵੇਂ ਅਰਥ ਆਉਣ ਲੱਗ ਪਏ ਹੋਰ ਰਸ ਵੱਜ ਜਾਣਾ। ਉੱਦਾਂ ਵੱਲੋਂ ਜਾਪ ਸਾਹਿਬ ਮਹਿੰਗੀ ਬਾਣੀ ਹੈ। ਹੁਣ ਆਉਂਦਾ ਨਮਸਤਵੰ ਅਕਾਲੇ, ਇਹਦਾ ਅਰਥ ਕੀ ਹੈ ਪਤਾ ਨਹੀਂ ਨਾ। ਇਹਦਾ ਅਰਥ ਹੈ ਪ੍ਰਭੂ ਤੂੰ ਸਾਰਿਆਂ ਦਾ ਕਾਲ ਹੈ, ਜਾਣੀ ਸਾਰਿਆਂ ਦੀ ਮੌਤ ਤੇਰੇ ਹੱਥ 'ਚ ਆ। ਤੇ ਕਿੰਨਾ ਆਨੰਦ ਆ ਗਿਆ, ਹੁਣ ਨਹੀਂ ਪਤਾ ਲੱਗ ਗਿਆ। ਪਰ ਤੇਰੀ ਮੌਤ ਨਹੀਂ ਹੋਣੀ ਅਕਾਲੇ, ਤੈਨੂੰ ਕਾਲ ਨਹੀਂ ਵਿਆਪ ਸਕਦਾ। ਨਮਸਤਵੰ ਅਪਾਲੇ ਕਹਿੰਦੇ ਤੂੰ ਸਾਰਿਆਂ ਨੂੰ ਪਾਲਣ ਵਾਲਾ ਹੈ। ਨਮਸਤਵੰ ਨਿਰਦੇਸੇ, ਤੂੰ ਸਾਰਿਆਂ ਦੇਸ਼ਾਂ ਦੇ ਵਿੱਚ ਰਹਿ ਕੇ ਵੀ ਦੇਸ਼ਾਂ ਤੋਂ ਰਹਿਤ ਹੈ। ਨਮਸਤੰ ਅਭੇਸੇ, ਤੇਰਾ ਕੋਈ ਖਾਸ ਭੇਸ ਨਹੀਂ ਵੀ ਤੂੰ ਨੀਲਾ ਸੂਟ ਪਾਉਣਾ, ਕਾਲਾ ਪਾਉਣਾ, ਪੀਲਾ ਪਾਉਣਾ, ਸੰਤਰੀ ਪਾਉਣਾ, ਤੇਰਾ ਕੋਈ ਭੇਸ ਨਹੀਂ ਹੈਗਾ ਵੀ ਤੈਨੂੰ ਕੋਈ ਝੋਲੇ 'ਚ ਲੱਭਣ ਚੱਲ ਜੇ ਕਿ ਕਿਹੜੇ ਰੂਪ 'ਚ ਬੈਠਾ ਹੈ। ਇੱਦਾਂ ਫਿਰ ਆਨੰਦ ਹੋਰ ਵੱਧ ਜਾਂਦਾ ਬਾਣੀ ਦੇ ਅਰਥਾਂ ਦੇ ਨਾਲ। ਤੋ ਇਸ ਕਰਕੇ ਕਿਸੇ ਨੂੰ ਹੱਥ ਮਿਲਾਉਣਾ ਹੋਰ ਗੱਲ ਹੈ, ਉਹਦੇ ਗਲੇ ਲੱਗਣਾ ਹੋਰ ਗੱਲ ਹੈ, ਤੇ ਉਹਦੇ ਨਾਲ ਗੱਲਾਂ ਕਰਨੀਆਂ ਜਿੰਨਾ ਚਿਰ ਅਗਲਾ ਬੋਲਦਾ ਨਹੀਂ ਕੀ ਪਤਾ ਕੀ ਮੁੱਖ ਦੇ ਵਿੱਚ ਕੌਣ ਹੈ। ਤੋ ਇਸ ਕਰਕੇ ਕਹਿੰਦੇ ਹਨ ਕਿ ਪਾਸੇ ਕਰਕੇ ਮੂਲ ਚੰਦ ਜੀ ਦੇ ਨਾਲ ਸਲਾਹ ਕੀਤੀ ਹੈ। ਸਾਹਾ ਲਿਖ ਦਿਓ ਲਖ ਆਚਰਨਾ, ਔਰ ਕਹਿੰਦੇ ਹਨ ਕਿ ਬੱਚੇ ਬਹੁਤ ਸੁੰਦਰ ਨੇ। ਵਧਾਈਆਂ ਹੀ ਹੈ, ਵਧਾਈਆਂ ਤਾਂ ਆਪੇ ਵੀ ਰੱਬ ਨਾਲ ਕਿਹਦਾ ਮੇਲ ਹੋਊ, ਕਿੰਨੀ ਤਪੱਸਿਆ ਹੋਊ। ਆਖੋ ਧੰਨ ਧੰਨ ਮਾਤਾ ਸੁਲੱਖਣੀ ਜੀ, ਧੰਨ ਧੰਨ ਮਾਤਾ ਸੁਲੱਖਣੀ ਜੀ, ਧੰਨ ਧੰਨ ਮਾਤਾ ਸੁਲੱਖਣੀ ਜੀ, ਧੰਨ ਧੰਨ ਮਾਤਾ ਸੁਲੱਖਣੀ ਜੀ। ਸੰਗਤੇ ਮਾਂ ਬਾਪੂ ਗੁੱਸੇ 'ਚ ਹੋਵੇ ਤੇ ਮਾਂ ਬਚਾ ਲੈਂਦੀ। ਵੈਸੇ ਗੁਰੂ ਨਾਨਕ ਸਾਹਿਬ ਗੁੱਸੇ 'ਚ ਨਹੀਂ ਛੇਤੀ ਕਿਤਿਆਂ ਆਉਂਦੇ ਸੀ, ਰੱਬੀ ਸੀ, ਠੰਡੇ ਹੀ ਰਹੇ, ਸਗੋਂ ਕੜਾਏ ਵੀ ਠੰਡੇ ਕਰ ਛੱਡੇ ਤਪਦੇ। 10ਵੇਂ ਪਾਤਸ਼ਾਹ ਫਿਰ ਬੀਰ ਰਸ 'ਚ ਆਏ ਸੀ, ਉਹਨਾਂ ਨੇ ਤੇ ਫਿਰ ਇੱਦਾਂ ਦਾ ਬੀਰ ਰਸ ਵੀ ਮੇਰੇ ਵਰਗੇ ਜਿਹੜੇ ਮਸੰਦ ਵਿਗੜ ਗਏ ਸੀ ਨਾ, ਮੇਰੇ ਵਰਗੇ ਸਾਬ ਸੌ ਵਰਗੇ ਜਿਹੜੇ ਵਿਗੜੇ ਮਸੰਦ ਸੀ, ਉਹਨਾਂ ਨੂੰ ਫਿਰ ਕੜਾਇਆਂ 'ਚ ਵੀ ਤਲਤਾ। ਬਾਪੂ ਦਾ ਪਹਿਰਾ ਇੱਦਾਂ ਦਾ ਹੀ ਹੈ, ਜੇ ਖੁਸ਼ ਹੁੰਦਾ ਵਾ ਪੱਗ ਬੰਨ੍ਹ ਦਿੰਦਾ, ਖੁਸ਼ ਹੁੰਦਾ ਕਲਗੀ ਵੀ ਲਾ ਦਿੰਦਾ ਈ, ਖੁਸ਼ ਹੁੰਦਾ ਸ੍ਰੀ ਸਾਹਿਬ ਵੀ ਦੇ ਦਿੰਦਾ ਈ, ਖੁਸ਼ ਹੁੰਦਾ ਏ ਗੁਰਤਾ ਗੱਦੀ ਦੇ ਕੇ ਚੇਲਾ ਬਣ ਜਾਂਦਾ ਈ। ਜਦੋਂ ਫਿਰ ਕਿਤੇ ਬੀਰ ਰਸ 'ਚ ਆ ਜਾਂਦਾ ਫਿਰ ਚੁੱਕ ਕੇ ਕੜਾਏ 'ਚ ਵੀ ਧਰ ਦਿੰਦਾ ਈ। ਬਾਪੂ ਬਹੁਤ ਪਿਆਰ ਦਾ ਭੁੱਖਾ, ਗੋਬਿੰਦ ਭਾਊ ਭਗਤ ਦਾ। ਮਹਾਰਾਜ ਕਹਿੰਦੇ ਮੇਰਾ ਹੋ ਕੇ ਰਵੇਂਗਾ ਤੇ ਤਾਜ ਦਊਂ ਤਾਜ, ਜੇ ਪੁੱਠੇ ਕੰਮ ਕੀਤੇ ਤੇ ਤਲ ਦੂੰਗਾ ਕੜਾਏ 'ਚ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਮੇਰੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਸਾਥੀ ਮਾਤਾ ਸੁਲੱਖਣੀ ਜੀ। ਮਾਤਾ ਨੂੰ ਬਹੁਤ ਘੱਟ ਯਾਦ ਕਰਦੇ ਆਪਾਂ,
ਧੰਨ ਨਾਨਕ ਤੇ ਸਾਰਿਆਂ ਦੀ ਜ਼ੁਬਾਨ ਤੇ ਆਉਂਦਾ ਹੀ ਰਹਿੰਦਾ, ਪਰ ਧੰਨ ਮਾਤਾ ਸੁਲੱਖਣੀ ਨਹੀਂ ਆਇਆ ਕਦੇ। ਮੈਂ ਤਾਂ 4 ਵਾਰੀ ਕਹਿਤਾ, ਇੱਕ ਵਾਰੀ ਹੋਰ ਕਹਿ ਦਿਓ, ਧੰਨ ਧੰਨ ਮਾਤਾ ਸੁਲੱਖਣੀ ਜੀ। ਮਾਤਾ ਨੇ ਬਚਾਉਣਾ ਹੈ, ਗਲਤੀਆਂ ਬਹੁਤ ਕੀਤੀਆਂ ਨਾ ਆਪਾਂ, ਤੇ ਮਾਤਾ ਸੁਲੱਖਣੀ ਨੂੰ ਕਹਿਣਾ, ਮਾਂ ਤੂੰ ਜੀਵਨ ਸਾਥੀ ਹੈ ਰੱਬ ਜੀ ਦਾ। ਨਾਨਕ ਜੀ ਨੇ ਤੁਹਾਨੂੰ ਅੰਗੀ ਲੈਕ ਕੀਤਾ, ਤੁਹਾਡਾ ਪਿਆਰ ਮਾਣਿਆ, ਤੁਸੀਂ ਉਹਨਾਂ ਦਾ ਮਾਣਿਆ, ਤੇ 2 ਜੀਆਂ ਦੀ ਪਿਆਰ ਦੀ ਵੱਡੀ ਵੱਡੀ ਬਖਸ਼ਿਸ਼ ਹੈ। ਤੋ ਇਸ ਕਰਕੇ ਮਾਂ ਦੇ ਕੋਈ ਇੰਨੀ ਤਾਕਤ ਹੁੰਦੀ ਹੈ, ਬਾਪੂ ਨੂੰ ਦਬਕਾ ਵੀ ਮਾਰ ਦਿੰਦੀ ਕਿਤੇ। ਕਈ ਵਾਰ ਬਾਪੂ ਗਰਮ ਹੋਵੇ ਤੇ ਮਾਂ ਕਹਿੰਦੀ ਤੂੰ ਬਹਿਣਾ ਕਿ ਨਹੀਂ, ਮੈਂ ਮੂੰਹ ਵੱਲ ਵੇਖੀ ਜਾਨੀ, ਬੋਲੀ ਜਾਂਦੇ ਐ, ਫਿਰ ਬੰਦਾ ਵੀ ਠੰਡਾ ਜਿਹਾ ਹੋ ਜਾਂਦਾ। ਇਸ ਕਰਕੇ ਧੰਨ ਮੇਰੀ ਮਾਂ ਦਾ ਆਸਰਾ ਲਿਆ ਕਰੋ ਕਿਤੇ ਕਿਤੇ। ਬਾਪੂ ਦਾ ਨਾਂ ਤਾਂ ਰੋਜ਼ ਚੱਲਦਾ ਹੈ ਸਾਰੀਆਂ ਕਥਾ ਵਿੱਚ, ਸਾਰਿਆਂ ਗੁਰੂ ਘਰਾਂ 'ਚ। ਧੰਨ ਨਾਨਕ ਤੇਰੀ, ਧੰਨ ਮਾਤਾ ਸੁਲੱਖਣੀ ਤੇਰੀ ਵੀ, ਜਿਹੜਾ ਤੂੰ ਇੰਨੀ ਕੁ ਬੰਦਗੀ ਕੀਤੀ। ਵਧਾਈਆਂ ਤੈਨੂੰ ਰੱਬ ਨਾਲ ਹੋਇਆ ਤੇਰਾ ਮੇਲ ਜੀ, ਵਧਾਈਆਂ ਤੈਨੂੰ ਰੱਬ ਨਾਲ ਹੋਇਆ ਤੇਰਾ ਮੇਲ ਜੀ। ਵਧਾਈਆਂ ਤੈਨੂੰ ਰੱਬ ਨਾਲ ਹੋਇਆ ਤੇਰਾ ਮੇਲ ਜੀ, ਵਧਾਈਆਂ ਤੈਨੂੰ ਰੱਬ ਨਾਲ ਹੋਇਆ ਤੇਰਾ ਮੇਲ ਜੀ। ਵਧਾਈਆਂ ਤੈਨੂੰ ਰੱਬ ਨਾਲ ਹੋਇਆ ਤੇਰਾ ਮੇਲ ਜੀ, ਵਧਾਈਆਂ ਤੈਨੂੰ ਰੱਬ ਨਾਲ ਹੋਇਆ ਤੇਰਾ ਮੇਲ ਜੀ। ਵਧਾਈਆਂ ਤੈਨੂੰ ਰੱਬ ਨਾਲ ਹੋਇਆ ਤੇਰਾ ਮੇਲ ਜੀ, ਵਧਾਈਆਂ ਤੈਨੂੰ ਰੱਬ ਨਾਲ ਹੋਇਆ ਤੇਰਾ ਮੇਲ ਜੀ। ਸਾਧ ਸੰਗਤ ਜੀ, ਧੰਨ ਮਾਂ ਸੁਲੱਖਣੀ ਨੂੰ ਵਧਾਈ ਦਿੱਤੀ। ਅੱਜ ਵੀ ਮਾਂ ਦਰਗਾਹ ਦੀ ਮਾਲਕ ਹੈ। ਜੇ ਬਾਪੂ ਮਾਲਕ ਆ ਤੇ ਮਾਂ ਵੀ ਓਨੀ ਹੱਕਦਾਰ ਹੈ। ਆਪਾਂ ਪੜ੍ਹਦੇ ਹਾਂ ਨਾ, ਜੈਸਾ ਸਤਿਗੁਰ ਤੈਸੋ ਹੀ ਉਛੜਿਆ, ਹਰ ਦਰਗਹ ਕਾ ਬਸੀਠ। ਸੰਗਤੇ, ਜਿਨ੍ਹਾਂ ਦੇ ਮਾਂ ਪਿਓ ਬਾਹਰ ਪੱਕੇ ਨਾ, ਉਹਨਾਂ ਦੇ ਬੱਚੇ ਵੀ ਪੱਕੇ ਸਮਝੋ, ਕਿਉਂਕਿ ਮਾਂ ਪਿਓ ਬਲੱਡ ਹੈ, ਬੱਚੇ ਨੇ ਲੈ ਜਾਣਾ ਉਹਨਾਂ। ਕਈ ਬੱਚੇ ਇੱਥੇ ਰਹਿੰਦੇ ਦਾਦੀ ਦਾਦੇ ਕੋਲ, ਮਾਂ ਪਿਓ ਉੱਧਰ ਪੱਕੇ, ਪਰ ਉਹ ਬੱਚੇ ਵੱਡੇ ਹੋ ਕੇ ਚਲ ਜਾਂਦੇ। ਇਸੇ ਤਰ੍ਹਾਂ ਆਪਣਾ ਬਾਪੂ ਨਾਨਕ ਤੇ ਮਾਂ ਸੁਲੱਖਣੀ ਦਰਗਾਹ ਦੇ ਮਾਲਕ ਹੈ। ਤੇ ਜਿਨ੍ਹਾਂ ਦਾ ਮਾਂ ਪਿਓ ਦਰਗਾਹ ਦਾ ਮਾਲਕ ਹੋਵੇ, ਕੀ ਆਪਣੇ ਬੱਚਿਆਂ ਨੂੰ ਪੀੜੀ ਜਿੰਨੀ ਥਾਂ ਨਹੀਂ ਦੇਣਗੇ? ਜੇ ਗੁਰ ਭੇਜੇ ਨਰਕ ਨੂੰ ਸਵਰਗ ਦੀ ਰੱਖੀਏ, ਏਦਾਂ ਤਰਲਾ ਤੁਰਲਾ ਲੈ ਛੱਡਿਆ ਕਰੋ, ਕਿਉਂਕਿ ਬੋਲ ਹੀ ਹੁੰਦੇ ਆ ਜਿਹੜੇ ਬੰਦੇ ਨੂੰ ਖੁਸ਼ ਕਰ ਦਿੰਦੇ ਆ। ਇਸ ਕਰਕੇ ਅੱਜ ਮੇਰੀ ਮਾਂ ਸੁਲੱਖਣੀ ਨੂੰ ਪਿਆਰ ਕੀਤਾ ਆਪਾਂ ਸਾਰਿਆਂ। ਤੇ ਜਿੱਦਾਂ ਪਾਰਵਤੀ ਸ਼ਿਵ ਜੀ ਦੇ ਨਾਲ ਨਾਲ ਰਹਿੰਦੀ ਹੈ ਨਾ, ਤੁਸੀਂ ਵੇਖਣੇ ਹੋ ਬਣਾਏ ਹੋਏ ਉਹਨਾਂ ਨੇ ਨਾਟਕ ਦੇ ਵਿੱਚ, ਪਹਾੜਾਂ ਜਿਹਾਂ ਦੇ ਵਿੱਚ ਬੈਠੇ ਹੁੰਦੇ, ਤੇ ਜੋ ਪਾਰਵਤੀ ਕਹਿ ਦਿੰਦੀ ਸ਼ਿਵ ਜੀ ਨੂੰ ਕਰਨਾ ਪੈਂਦਾ। ਦੋਵਾਂ ਜੀਆਂ ਦਾ ਕਿੰਨਾ ਪਿਆਰ ਹੈ। ਤਾਂ ਬਾਬੇ ਨਾਨਕ ਜੀ ਰੱਬ ਜੀ ਦੇ ਧਰਮ ਸੁਪਤਨੀ, ਰੱਬ ਜੀ ਦਾ ਸਾਥੀ, ਜਿਨ੍ਹਾਂ ਨੇ ਬਣਨਾ ਹੈ, ਕਹਿੰਦੇ ਛੇਤੀ ਤਰੀਕ ਦੇ ਦਿਓ ਵਿਆਹ ਦੀ ਭਾਈ। ਸੁਨ ਮੂਲੇ ਨੇ ਬਚਨ ਉਚਾਰੇ, ਨਹਿ ਮਾਨੋ ਮਨ ਬੈਨ ਤੁਮਾਰੇ। ਕਹਿੰਦੇ ਮੂਲ ਚੌਣ ਜੀ ਕਹਿੰਦੇ ਅੱਛਾ ਜਿਆਦੀ ਨਹੀਂ ਕਾਲੀ, ਤੁਹਾਨੂੰ ਆਖੋ ਸਤਨਾਮਾ। ਸੰਗਤੇ, ਧੀ ਦੇਣੀ ਬੜੀ ਵੱਡੀ ਭੇਟ ਹੈ। ਆਪਣੀਆਂ ਅੰਦਰਾਂ ਤੋੜ ਕੇ ਕਿਸੇ ਨੂੰ ਦੇ ਦੇਣੀ ਆ। ਮੈਂ ਤਾਂ ਕਈ ਵਾਰੀ ਕਹਿੰਦਾ ਹੁੰਦਾ, ਕਈ ਦਾਜ ਦਾ ਭੁੱਖ ਜੀ ਵਿਖਾਉਂਦੇ ਰਹਿੰਦੇ, ਜਿੰਨੇ ਧੀ ਦੇਤੀ ਉਹਨੇ ਸਭ ਕੁਝ ਹੀ ਦੇਤਾ। ਪਿਆਰਿਓ, ਆਪਾਂ ਨੂੰ ਕੋਈ ਕਹਿ ਦੇ ਆਪਣੀ ਬਾਂਹ ਵੱਢ ਕੇ ਮੈਨੂੰ ਦੇ ਦਾਂਗੇ? ਧੀਆਂ ਅੰਦਰਾਂ ਹੁੰਦੀਆਂ। ਇਸ ਕਰਕੇ ਕਈ ਰੱਜੇ ਹੁੰਦੇ ਪਰਿਵਾਰ, ਉਹ ਕਹਿੰਦੇ ਵੀ ਨਾ, ਮਹਾਰਾਜ ਦੀ ਕਿਰਪਾ ਦੇ ਨਾਲ, ਦਇਆ ਦੇ ਨਾਲ। ਕਿਸੇ ਨੇ ਗਾਣਾ ਵੀ ਗਾਇਆ ਸੀ, ਕਹਿੰਦਾ ਦਾਜ ਵਾਲੀ ਗੱਡੀ ਉੱਤੇ ਗੋਤ ਨਹੀਂ ਲਿਖੀਦਾ।
ਕਈਆਂ ਨੇ ਲਿਖਿਆ ਹੁੰਦਾ ਨਾ, ਸੰਧੂ ਸਾਹਿਬ ਨੇ ਗੱਡੀ ਦਿੱਤੀ ਹੁੰਦੀ ਸਹੁਰਿਆਂ ਨੇ, ਕਹਿੰਦੇ ਕੀ ਫਾਇਦਾ ਤੇਰਾ ਫਿਟੇ ਮੂੰਹ ਵਾਲਿਆ, ਮੰਗ ਕੇ ਉੱਤੇ ਆਪਦੀ ਜਾਤ ਲਿਖੀ ਫਿਰਦਾ। ਹਾਂਜੀ, ਲਿਖਣਾ ਹੀ ਆਪਣਾ ਗੋਤ ਤੇ ਆਪਣੀ ਮਿਹਨਤ ਕਰਕੇ ਲੈ, ਫਿਰ ਆਨੰਦ ਆਉਂਦਾ। ਤੋ ਇਸ ਕਰਕੇ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਪਿਆਰੇ ਦੇ ਘਰ ਦੀ ਕਥਾ ਚੱਲ ਰਹੀ। ਕਹਿੰਦੇ ਪਿਤਾ ਸੀ ਨਾ ਮਾਤਾ ਸੁਲੱਖਣੀ ਦਾ, ਹੁਣ ਜਿਹਦੀ ਧੀ ਇੰਨੀ ਬੰਦਗੀ ਵਾਲੀ ਹੈ ਤੇ ਬਾਪੂ ਘੱਟ ਬੰਦਗੀ ਵਾਲਾ। ਕਹਿਣ ਲੱਗੇ ਅੱਛਾ ਜਿਆਦੀ ਨਹੀਂ ਕਾਲੀ ਤੁਹਾਨੂੰ, ਛੇਤੀ ਛੇਤੀ ਨਾ ਸਾਹਾ ਬੰਨ੍ਹ ਆ। ਤੋ ਕਹਿੰਦੇ ਸੁਣ ਮੂਲੇ ਨੇ ਬਚਨ ਉਚਾਰੇ, ਨਹਿ ਮਾਨੋ ਮਨ ਬੈਨ ਤੁਮਾਰੇ। ਕਹਿੰਦੇ ਬਾਪੂ ਪਰਮਾਨੰਦ ਜੀ ਬਹਿ ਜਾਓ ਚੁੱਪ ਕਰਕੇ ਮੰਜੀ ਤੇ, ਜਲ ਪਾਣੀ ਛਕੋ, ਅਜੇ ਆਏ ਮਗਰੋਂ ਆ ਤੇ ਤੁਹਾਨੂੰ ਦਵ ਦਵ ਨਾਲ ਹੀ ਨਾ ਤੋਰ ਦੀਏ। ਜ਼ਿਆਦਾ ਨਹੀਂ ਕਾਲਾ ਪੈ ਰਿਹਾ। ਕਈ ਛੋਲੇ ਹੁੰਦੇ ਨਾ ਵੀ ਆਪਾਂ ਚੁੰਨੀ ਚੜਾਵਾ ਹੀ ਕਰ ਲਈਏ। ਤੋ ਵੈਸੇ ਇੱਕ ਗੱਲ ਦਾ ਗੁੱਸਾ ਨਾ ਕਰਿਓ, ਕਾਲੀ ਅੱਗੇ ਟੋਏ ਹੁੰਦੇ ਜੇ, ਕਾਲੀ ਨਹੀਂ ਕਰਨੀ ਕਦੇ ਵੀ। ਕਈ ਵਾਰੀ ਬੰਦਾ ਕਾਲੀ ਕਰਕੇ ਸਾਰੀ ਜ਼ਿੰਦਗੀ ਰੋਂਦਾ ਫਿਰ, ਮੁੜ ਕੇ ਕਹਿੰਦੇ ਗੱਲ ਜ਼ੁਬਾਨ ਚੋਂ, ਤੀਰ ਕਮਾਨ ਚੋਂ, ਗੋਲੀ ਬੰਦੂਕ ਚੋਂ, ਤੇ ਬੰਦਾ ਜਹਾਨ ਚੋਂ ਇੱਕ ਵਾਰੀ ਲੰਘ ਕੇ ਨਹੀਂ ਮੁੜਦਾ। ਇਸ ਕਰਕੇ ਇਹ ਜਿਹੜੇ ਰਿਸ਼ਤੇ ਹੁੰਦੇ ਨਾ ਵਿਆਹ ਵਿਊ ਵਾਲੇ, ਇਹਨਾਂ 'ਚ ਕਦੇ ਕਾਲੀ ਨਹੀਂ ਕਰਨੀ। ਲਾਈਵ ਵੀ ਚੱਲਦਾ ਹੈ, ਕਾਲੀ ਭੁੱਲ ਕੇ ਉਹ ਨਾ ਕਰੋ। ਪਹਿਲਾਂ ਰਿਸ਼ਤਾ ਕਰੋ ਫਿਰ ਪੁੱਛੋ। ਹੁਣ ਬੜਾ ਸਮਾਂ ਤੇਜ਼ ਹੈ, ਅੱਗੇ ਕਹਿਣਾ ਜੀ ਪੁੱਛਿਆ ਤੇ ਅਗਲੇ ਕੀ ਕਹਿਣਗੇ। ਹੁਣ ਨਹੀਂ ਦੁਨੀਆ ਸੰਗਦੀ, ਹੁਣ ਤੇ ਅਗਲੇ ਪਿੰਡ ਦੇ ਸਰਪੰਚ ਕੋ ਜਾਂਦੇ, ਫਿਰ ਜਾਂਦੇ ਆੜਤੀਏ ਕੋ, ਫਿਰ ਜਾਂਦੇ ਪਟਵਾਰੀ ਕੋਲੇ। ਸੱਚ ਹੈ ਵੀ ਮੁੜ ਕੇ ਵੀ ਧੱਕੇ ਖਾਣੇ ਹੀ ਇਹਨਾਂ ਕੋਲੇ, ਪਹਿਲਾਂ ਹੀ ਖਾ ਲਈਏ। ਅੱਜ ਇੱਦਾਂ ਅੱਜ ਕੱਲ੍ਹ ਦੁਨੀਆ ਫਾਸਟ ਹੈ, ਰਿਸ਼ਤਾ ਕਰਕੇ ਅਗਲੇ ਪਹਿਲਾਂ ਮੁੰਡੇ ਵਾਲੇ ਦਾ ਸਰਪੰਚ ਕੋ ਵੀ ਇਹ ਕੋਈ ਟੀਕਾ ਟੂਕਾ ਤਾਂ ਨਹੀਂ ਲਾਉਂਦਾ, ਸਮੈਕ ਸਮੂਕ ਬਹੁਤ ਹੈ ਨਾ। ਫਿਰ ਜਾਂਦੇ ਪਟਵਾਰੀ ਕੋਲੇ ਵੀ ਹੈਗੀ 4 ਕਿੱਲੇ ਕਿ ਉੱਦਾਂ ਵਿਚੋਲਾ ਹੀ ਆਖੀ ਜਾਂਦਾ। ਫਿਰ ਅਗਲੇ ਜਾਂਦੇ ਆੜਤੀਏ ਕੋ ਵੀ ਕਰਜ਼ਾ ਤਾਂ ਨਹੀਂ ਸਿਰ ਤੇ। ਇੰਨਾ ਤੇਜ਼ ਹੈ ਲੋਕ ਹੁਣ, ਪਹਿਲੀਆਂ ਗੱਲਾਂ ਨਹੀਂ ਰਹਿ ਗਈਆਂ। ਸਾਡੇ ਵਾਲੇ ਬਾਪੂ ਹੋਣਾ ਔਰ ਤੁਹਾਡੇ ਜਿਹੜੇ ਪੁਰਾਣੇ, ਉਹ ਮਾੜਾ ਜਿਹਾ ਕਿਸੇ ਨੇ ਦਾਰੂ ਦਾ ਕੱਪ ਪਿਆ ਤਾਂ ਕਹਿੰਦੇ ਰਿਸ਼ਤਾ ਪੱਕਾ। ਇੱਦਾਂ ਹੀ ਹੋਇਆ। ਆਪਾਂ ਕਿਹੜਾ ਸੰਗਦੇ ਹੈ ਵੀ ਉਦੋਂ ਬਸ 2 ਪੈਗ ਪਾ ਕੇ ਪੀ ਕੇ ਬਿਸਕੁਟ ਖਾ ਕੇ, ਹੋਰ ਜੀ ਬਸ ਪੱਕਾ ਦੱਸੋ ਕਦੋਂ ਦਾ ਵਿਆਹ ਬੰਨੀਏ। ਤੇ ਮੁੜ ਕੇ ਜਦੋਂ ਵੇਖਿਆ ਬਾਅਦ ਵਿੱਚ ਵੀ ਕਈ 5 ਕਿੱਲੇ ਤੇ ਨਿਕਲੀ 5 ਕਨਾਲਾਂ ਵੀ ਨਹੀਂ। ਆਖੋ ਸਤਨਾਮ। ਤੇ ਫਿਰ ਬਾਪੂ ਕੰਧ ਦੇ ਬੂਹੇ ਉੱਲੇ ਬਹਿ ਕੇ ਰੋਵੇ ਤੇ ਮਾਤਾ, ਫਿਰ ਮਾਤਾ ਨੇ ਕਹਿਣਾ ਹੋਰ ਡੱਫ ਲਾ। ਉਦੋਂ ਤਾਂ ਦਬ ਪੈ ਗਈ ਸੀ, ਉੱਥੇ ਵੀ ਮਿਲਣੀ ਨਹੀਂ ਕਿਤੇ। ਇਹ ਕਿਤੇ ਸੋਨੇ ਦੀ ਡੱਬੀ 'ਚ ਮਿਲਦੀ ਵੀ ਧੀ ਦੇਣ ਗਿਆ ਤੇ 2 ਪੈਗ ਪਿਆ ਤੇ ਰਿਸ਼ਤੇ ਪੱਕੇ ਕਰ ਆਏ। ਬਹੁਤਿਆਂ ਸਾਡੇ ਪਹਿਲੋਂ ਬਹੁਤ ਸਮਾਂ ਉਦੋਂ ਇੱਦਾਂ ਹੀ ਹੋਇਆ। ਫਿਰ ਬਾਅਦ 'ਚ ਜਦੋਂ ਧੀਆਂ ਦੁਖੀ ਹੁੰਦੀਆਂ ਘਰੇ ਆਉਂਦੀਆਂ ਤੇ ਫਿਰ ਬਾਪੂ ਨਹੀਂ ਰੋਂਦੇ ਆ, ਫਿਰ ਕਹਿੰਦੇ ਪੁੱਤ ਮੈਂ ਕਿੱਥੇ ਫਸ ਗਿਆ, ਉਹ ਫਸ ਗਿਆ ਤੇ ਹੋਰ ਤੇ ਕਿਸੇ ਨੇ ਬੋਲਣਾ ਨਹੀਂ। ਫਿਰ ਬੇਬੇ ਬੋਲਦੀ ਹੈ, ਕਹਿੰਦੀ ਫਸਣਾ ਕੀ ਸੀ, ਉਹ ਤਾਂ ਲਾਲਾਂ ਡਿੱਗ ਪਈਆਂ ਵੇਖ ਕੇ। ਆਖੋ ਸਤਨਾਮ। ਤੋ ਇਸ ਕਰਕੇ ਸੱਚ ਸੰਗਤੇ ਸਿੱਖਿਆ। ਆਹ ਕਥਾ ਜਿਹੜੀ ਲੰਘੀ ਹੈ ਬਾਬੇ ਨਾਨਕ ਦੇ ਵਿਆਹ ਨੂੰ 550 ਸਾਲ ਹੋ ਗਿਆ। ਇਹ ਕਥਾ ਅੱਜ ਸਾਨੂੰ ਕੀ ਸਿਖਾ ਰਹੀ ਭਲਾ? ਇਹੋ ਸਿਖਾ ਰਹੀ ਹੈ ਨਾ ਵੀ ਆਪਣੀ ਬੇਟੀ ਦਾ ਬੇਟੇ ਦਾ ਰਿਸ਼ਤਾ ਕਰਨਾ ਤੇ 100 ਵਾਰੀ ਬੋਲਦੇ ਹੋ ਸੋਚ ਕੇ, ਕਾਲੀ ਨਾ ਕਰਿਓ। ਇੱਕ ਤੇ ਮੱਝਾਂ ਗਾਵਾਂ ਦੇ ਸੌਦੇ ਨਹੀਂ ਵਾਰ-ਵਾਰ ਹੁੰਦੇ, ਜ਼ਿੰਦਗੀ ਦਾ ਸੌਦਾ ਏ। ਇੱਕ ਵਾਰੀ ਚੰਗਾ ਹੋ ਗਿਆ ਤੇ ਜ਼ਿੰਦਗੀ ਲੰਘ ਜੂ, ਨਹੀਂ ਤੇ ਸਾਰੀ ਜ਼ਿੰਦਗੀ ਬਰਬਾਦ ਹੋ ਜਾਂਦੀ ਜੇ। ਇਸ ਕਰਕੇ ਅੱਜ ਮੇਰੇ ਪਾਤਸ਼ਾਹ ਦੀ ਕਥਾ ਨੇ ਕੋਈ ਨਵੀਂ ਚੀਜ਼ ਸਿਖਾਈ ਆਪਾਂ ਨੂੰ। ਕਈ ਵਾਰੀ ਆਪਾਂ ਵਿਚੋਲੇ ਤੇ ਯਕੀਨ ਕਰਦੇ ਜਾਂ ਮੇਰੀ ਸਕੀ ਭੈਣ ਹੀ ਕਰਾ ਰਹੀ ਹੈ, ਕੋਈ ਸਕਾ ਸੁਕਾ ਨਹੀਂ। ਇੱਥੇ ਲਿਖਾ ਲਓ ਮੇਰੇ ਤੋਂ ਕਾਗਜ਼ ਤੋਂ, ਮੈਂ ਵੀ ਵਿਆਹਿਆ ਵਾਂ, ਤੁਸੀਂ ਵੀ ਚਿੱਟੇ ਕਾਗਜ਼ ਤੇ ਲਿਖਾ ਲਓ, ਕੋਈ ਤੁਹਾਡਾ ਸਕਾ ਨਹੀਂ। ਜਿੰਨਾ ਚਿਰ ਆਪਣੀ ਤਸੱਲੀ ਨਹੀਂ ਹੁੰਦੀ ਨਾ, ਕਿਸੇ ਤੇ ਭਰੋਸਾ ਨਾ ਕਰਵਿਓ ਕਦੇ। ਇਹ ਗੱਲ ਅੱਜ ਦੀ ਯਾਦ ਰੱਖਿਓ, ਨਹੀਂ ਤੇ ਰੋਣਾ ਪੈਂਦਾ ਏ। ਕਦੇ ਵੀ ਕਾਲੀ ਨਹੀਂ ਕਰਨੀ। ਕਈ ਵਾਰੀ ਆਪਾਂ ਕਹੀਦਾ ਨਹੀਂ ਜੀ ਮੇਰੇ ਆਪਣੇ ਹੈ, ਆਪਣਿਆਂ ਤੋਂ ਵੱਧ ਕਿਸੇ ਨੂੰ ਕੀ ਪੁੱਛਣਾ। ਪਰ ਉਹ ਦੁੱਖ ਹੀ ਮੇਰਾ ਬੁਰਾ ਲੱਗੂ ਅੱਗੇ ਨੂੰ, ਪਰ ਮੁੜ ਕੇ ਜ਼ਿੰਦਗੀ ਸੌਖੀ ਲੰਘੂ। ਕਦੇ ਵੀ ਢਲਿਆਈ ਨਹੀਂ ਕਰਨੀ। ਆਪਣੇ ਬੱਚੇ ਦੇ ਜੀਵਨ ਨੂੰ ਤੁਸੀਂ ਕਿਸੇ ਨੂੰ ਫੜਾਉਣ ਲੱਗੇ ਆ, ਜ਼ਿੰਦਗੀ ਕਿਸੇ ਨੂੰ ਦੇਣ ਲੱਗੇ। ਕੋਈ ਕੱਪੜਾ ਲੀੜਾ ਨਹੀਂ ਵੀ ਵਾਪਸ ਹੋ ਜਾਊਗਾ। ਇੱਕ ਵਾਰੀ ਦਾਗ ਲੱਗ ਗਿਆ ਤੇ ਬਸ ਮੁੜ ਕੇ ਨਹੀਂ ਮੁੜਦਾ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਦਾਤੇ ਇੱਥੇ ਇਤਿਹਾਸ ਨੇ ਸਿੱਖਿਆ ਦਿੱਤੀ ਹੈ। ਪਰਮਾਨੰਦ ਜੀ ਕਹਿੰਦੇ ਫਿਰ ਪਸੰਦ ਆ ਕੁੜੀ ਮੁੰਡਾ ਤਾਂ ਬੜੇ ਸੋਹਣੇ ਤੇ ਆਪਾਂ ਫਿਰ ਹੱਲਾ ਹੀ ਕਰੀਏ
ਤੇ ਉਹ ਅੱਗੋਂ ਕਹਿਣ ਲੱਗੇ, ਸੁਣ ਮੂਲੇ ਨੇ ਬਚਨ ਉਚਾਰੇ, ਨਹਿ ਮਾਨੋ ਮਨ ਬੈਨ ਤੁਮਾਰੇ। ਕਹਿੰਦੇ ਜੀ ਆਇਆਂ ਨੂੰ, ਜਲ ਪਾਣੀ ਛਕੋ, ਮੰਜੀ ਤੇ ਬਹਿ ਜਾਓ, ਮੈਂ ਆਪਣੀ ਧੀ ਦੇਣੀ ਹੈ, ਕੋਈ ਵਸਤੂ ਨਹੀਂ ਫੜਾਉਣੀ, ਮੈਨੂੰ ਸੋਚ ਲੈਣ ਦਿਓ। ਆਖੋ ਸਤਨਾਮ। ਵੇਖੋ ਭਾਵੇਂ ਗੁਰੂ ਕਾ ਪਰਿਵਾਰ ਹੀ ਹੈ, ਪਰ ਉੱਥੇ ਧੀ ਵੱਲੋਂ ਬੋਲ ਹੈ, ਕਿਉਂਕਿ ਧੀਆਂ ਸੰਗਤੇ ਜਿਹਦੀਆਂ ਸੁਖੀ, ਉਹਦਾ ਰੱਬ ਸੁਖੀ, ਉਹਦਾ ਜੱਗ ਸੁਖੀ। ਤੇ ਜਦੋਂ ਧੀਆਂ ਦੁਖੀ ਹੋ ਜਾਣ ਤੇ ਬੰਦੇ ਕਰੋੜਾਂ ਪਤੀ ਵੀ ਮੈਂ ਕੰਧਾਂ ਨਾਲ ਸਿਰ ਮਾਰ ਕੇ ਰੋਂਦੇ ਵੇਖੇ, ਕਿਉਂਕਿ ਧੀ ਦਾ ਦੁੱਖ ਬੜਾ ਤਕੜਾ। ਜੇ ਮੁੰਡੇ ਨਾ ਵੀ ਸੁੱਖ ਦੇਣ ਤੇ ਚੱਲ ਜਾਂਦਾ, ਉਹ ਆਖਾਂਗੇ ਤੁਰੇ ਫਿਰਨ, ਕੋਨੀ ਆਪਦਾ ਕਰਨਗੇ ਖਾਣਗੇ, ਪਰ ਧੀ ਦਾ ਦੁੱਖ ਬੜਾ ਮਾੜਾ, ਇਹ ਬਹੁਤ ਸਤਾਉਂਦਾ ਬੰਦੇ ਨੂੰ। ਫਿਰ ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੁੜਮਾਚਾਰੀ ਮੂਲ ਚੰਦ ਜੀ ਕਹਿੰਦੇ, ਕਾਲੀ ਕੋਈ ਨਹੀਂ ਹੈ, ਪਹਿਲਾਂ ਜਲ ਪਾਣੀ ਛਕੋ, ਕੋਈ ਨਹੀਂ ਸਾਹਾ ਵੀ ਨਿਕਲ ਜੂਗਾ, ਇੰਨੇ ਕਾਲੇ ਨਾ ਚੱਲੋ। ਇੱਕ ਬਰਸ ਬੀਤੇ ਤੈ ਪਾਛੇ, ਲਿਖ ਭੇਜੋ ਸਾਹ ਮੈਂ ਆਸ਼ੇ। ਆਖੋ ਸਤਨਾਮ। ਮੈਂ ਤਾਂ ਪਹਿਲਾਂ ਵੀ ਹੱਸ ਪਿਆ, ਤਾਂ ਹੱਸਿਆ ਵੀ ਅੱਗੋਂ ਪਤਾ, ਜਦੋਂ ਕਹਿੰਦੇ ਨਹੀਂ ਜੀ ਚਾਹ ਪਾਣੀ ਬਾਅਦ ਚ ਛਕਦੇ, ਪਹਿਲਾਂ ਦੱਸੋ ਵੀ ਕਿੰਨਾ ਸਾਹ ਬਣਨਾ। ਤੇ ਬਾਪੂ ਜੀ ਫਿਰ ਪਹਿਰੇ ਚ ਆ ਕੇ ਕਹਿੰਦੇ, ਜਾਓ 1 ਸਾਲ ਸੋਚ ਕੇ ਦੱਸਦੇ ਆ ਆਪਕੋ ਸਤਨਾਮ। 1 ਸਾਲ ਦਾ ਟਾਈਮ ਲੈਨੇ ਅਜੇ ਸੰਗਤੇ, ਇੱਕ ਕਥਾ ਦੇ ਰਹੀ ਜੇ ਕੁਝ। ਤੁਸੀਂ ਨਿੱਕੀਆਂ ਨਿੱਕੀਆਂ ਬੱਚੀਆਂ ਬੱਚੇ ਪੜ੍ਹਾਏ ਲਿਖਾਏ ਜੇ ਨਾ, ਕਈ ਵਾਰੀ ਇੱਦਾਂ ਦੇ ਪਰਿਵਾਰ ਹੁੰਦੇ, ਨਹੀਂ ਜੀ ਤੁਹਾਡੀ ਧੀ 'ਚ ਤੇ ਮੇਰੀ 'ਚ ਕੋਈ ਫਰਕ ਨਹੀਂ, ਮੈਂ 2 ਕੱਪੜੇ ਘਰੋਂ ਹੀ ਲਿਆ ਕੇ ਪਾ ਕੇ ਲੈ ਜਾਊਂਗਾ, ਇਹੋ ਜਿਹਾ ਕਿਤੇ ਮਿਲੇ ਤੇ ਮੈਨੂੰ ਮਿਲਾ ਦਿਓ। ਆਖੋ ਸਤਨਾਮ। ਜਿਹੜਾ ਇੱਦਾਂ ਕਹੇ ਨਾ ਵੀ ਤੁਹਾਡੀ ਧੀ ਤੇ ਮੇਰੀ 'ਚ ਨਹੀਂ, ਮੈਂ ਘਰੋਂ ਕੱਪੜੇ ਪਾ ਕੇ ਲੈ ਜਾਊਂ, ਉਹਨੂੰ ਮੇਰੇ ਕੋਲ ਇੱਕ ਵਾਰੀ ਜ਼ਰੂਰ ਲਿਆਇਓ। 100 ਦੇ ਵਿੱਚੋਂ 75 ਇੱਦਾਂ ਦੇ ਮੈਂ ਹੁਣ ਵਿਚਰਦਾ ਏ, ਇੱਦਾਂ ਪਰਿਵਾਰ ਇੱਥੇ ਰੋਂਦੇ ਆ ਕਿ ਉਹ ਵੀ ਕਹਿੰਦੇ, ਇੱਦਾਂ ਕਹਿੰਦੇ ਸੀ, ਤੁਹਾਡੀ ਧੀ ਸਾਡੀ ਹੈ, ਬਸ 2 ਕੱਪੜੇ ਉਹ ਵੀ ਅਸੀਂ ਪਾ ਕੇ ਲੈ ਜਾਵਾਂਗੇ। ਉਹ ਤੇ ਬਾਅਦ 'ਚ ਪਤਾ ਲੱਗਾ ਵੀ ਸਾਰੇ ਸਾਡੇ ਕੱਪੜੇ ਵੀ ਨਾਲ ਹੀ ਲਵਾ ਲਏ ਹੈ। ਮਹੀਨੇ ਕੁ ਪਿੱਛੋਂ ਕਹਿੰਦੇ ਲੱਖ ਦਿਓ, 2 ਦੇ ਦਿਓ, 3 ਦੇ ਦਿਓ, ਮੋੜ ਹੀ ਦੇਣਾ। ਕਹਿੰਦੇ ਕਰਦਿਆਂ ਕਰਦਿਆਂ 50 ਲੱਖ ਰੁਪਈਆ ਧੀ ਵਾਲਿਆਂ ਦਾ ਫਸ ਗਿਆ, ਤੇ ਧੀ ਵੀ ਘਰੇ ਬੈਠੀ ਤੇ ਪੈਸੇ ਵੀ ਗਏ। ਏਦਾਂ ਲੋਕਾਂ ਨਾਲ ਹੁੰਦਿਆ। ਇਸ ਕਰਕੇ ਆਹ ਕਥਾ ਮੈਂ ਇੱਦਾਂ ਲਿਜਾ ਸਕਦਾ, ਭਾਈ ਸਾਹਿਬ ਪੜ੍ਹੀ ਜਾਣੇ ਆ, ਪਰ ਮੈਂ ਕਹਿੰਦਾ ਇਸ ਕਥਾ ਚੋਂ ਲੱਭੋ ਅੱਜ ਕੁਛ। ਇਹ ਗੁਰੂ ਸਾਹਿਬ ਬਹੁਤ ਕੁਝ ਦੇ ਰਹੇ ਹੈ। ਤੇ ਕਹਿੰਦੇ ਮੂਲਾ ਚੌਣਾ ਜੀ ਕਹਿੰਦੇ, ਪ੍ਰਸ਼ਾਦਾ ਪਾਣੀ ਛਕੋ, ਜੋ ਆਖੋ ਉਹ ਛਕਾ ਦਾਂਗੇ, ਕਾਹਲੀ ਨਹੀਂ ਮੈਂ ਕਰਨੀ, ਮੇਰੀ ਧੀ ਹੈ, ਮੈਂ ਆਪਣੀਆਂ ਅੰਦਰਾਂ ਦੇਣੀਆਂ, ਕਿਤੇ ਖੇਡ ਨਹੀਂ ਹੈ। 1 ਸਾਲ ਦਾ ਟਾਈਮ ਲੱਗੂਗਾ। ਬਸ ਸੁਨ ਕਹਿ ਤਿਨ ਤੂੰ ਸਨ ਠਾਨੀ, ਭੰਨੀ ਸਮੂਲੇ ਜੋ ਮਨ ਮਾਨੀ। ਕਹਿੰਦੇ ਬਾਪੂ ਪਰਮਾਨੰਦ ਜੀ ਨੀਵੀਂ ਜੀ ਪਾ ਕੇ ਤੁਰੇ ਆਉਂਦੇ ਪਟਵਾਰੀ ਸਾਹਿਬ ਵੱਲੋਂ, ਤੇ ਪਟਵਾਰੀ ਸਾਹਿਬ ਕਹਿੰਦੇ, ਹਾਂ ਕੀ ਹੋਇਆ? ਕਹਿੰਦੇ ਬਹੁਤ ਮੰਜਿਆਂ ਤੇ ਫਿਰ ਦੱਸਦਾ। ਆਖੋ ਸਤਨਾਮ। ਤੋ ਇਸ ਕਰਕੇ ਕਹਿੰਦੇ ਹਨ ਕਿ ਫਾਂਸੀ ਲਗਾਏ ਸੀ ਨਾ ਵੱਖਰਾ ਜਿਹਾ ਕਰਕੇ, ਜਿੱਦਾਂ ਆਪਾਂ ਰਿਸ਼ਤੇ ਕਰੀਦੇ, ਇੱਥੇ ਵੀ ਸ਼ਗਨ ਲੱਗਦਾ, ਕੋਈ 2 ਕੌਣ ਗੁੱਠ ਜੀ ਨੂੰ ਹੁੰਦੇ, 3 ਕਹਿਣ ਨੂੰ, 2 ਕਬੂਤਰ ਪਾਰਕ 'ਚ ਫਿਰਦੇ ਹੁੰਦੇ ਆ। ਤੋ ਇਸ ਕਰਕੇ ਮਹਾਰਾਜ, ਕਿਉਂਕਿ ਇਹ ਸਮਾਂ ਹੀ ਇੱਦਾਂ ਦਾ ਹੁੰਦਾ, ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਦਾਤੇ ਹੈ, ਰਹਿਮਤ ਦੇ ਦਾਤੇ ਹੈ। ਮਹਾਰਾਜ ਸਾਹਿਬ ਤਾਂ ਜਾਣੀ ਜਾਣ ਸੀ, ਹੋਣਾ ਤੇ ਮਹਾਰਾਜ ਨਹੀਂ, ਪਰ ਇੱਥੇ ਇਹ ਪ੍ਰਸੰਗ ਤਾਂ ਉਚਾਰਿਆ ਕਿ ਸਾਡਾ ਭਲਾ ਹੋ ਜੇ। ਕਈ ਵਾਰੀ ਆਪਾਂ ਕੋਈ 2 ਕੁ ਮਿੱਠੀਆਂ ਜੀਆਂ ਗੱਲਾਂ ਕਰਦੇ ਵਿਚੋਲਾ, ਤੇ ਆਪਾਂ ਕਹਿੰਦਾ ਚਲੋ ਭਾਵੇਂ ਸਵੇਰੇ ਚੁੰਨੀ ਚੜਾਵਾ ਕਰ ਲਓ, ਜਦੋਂ ਕਾਹਲੀ ਕਰੋਗੇ ਸਾਰੀ ਜ਼ਿੰਦਗੀ ਰੋਂਦੇ ਹੀ ਰਹੋਗੇ। ਇਸ ਕਰਕੇ ਬਾਪੂ ਜੀ ਨੇ ਇੱਕ ਸਿੱਖਿਆ ਦੇਤੀ, ਕਹਿੰਦੇ ਕਦੇ ਕਾਹਲੀ ਨਾ ਕਰ, ਕਾਹਲੀ ਅੱਗੇ ਟੋਏ। ਕੋਈ ਵਿਰਲਾ ਹੀ ਟੱਪਦਾ, ਨਹੀਂ ਤੇ ਬਹੁਤੇ ਡਿੱਗ ਪੈਂਦੇ ਹਨ। ਇੱਕ ਦਿਨ ਰਹਿ ਭਏ ਵਿਦਾਸ ਕੀਰਤ, ਗ੍ਰਾਮਹਿ ਸੁੰਦਰ ਜਸ ਵਿਸਤੀਰਤ। ਕਹਿੰਦੇ ਫਿਰ ਦੂਰ ਸੀ ਤੇ ਹਨੇਰਾ ਤਾਂ ਅੱਗੇ ਹੋਇਆ ਸੀ, ਨਹੀਂ ਤੇ ਫਿਰ ਰਿਸ਼ਤੇਦਾਰ ਤੇ ਤਿਆਰ ਸੀ ਵੀ ਚੱਲ ਗਏ ਹੁਣ ਵਾਹਿਗੁਰੂ ਕਹਿ ਕੇ। ਕਹਿੰਦੇ ਪਰ ਇੱਜ਼ਤ ਮਾਣ ਬਹੁਤ ਪਿਆਰ ਨਾਲ ਕੀਤਾ ਨਾਨਕ ਜੀ ਦੇ ਪਰਿਵਾਰ ਦਾ। ਰਾਤ ਰੱਖਿਆ ਵਧੀਆ, ਚਾਦਰਾਂ ਵਿਛਾ ਕੇ ਸਾਰੀ ਰਾਤ ਖੁਸ਼ੀ ਦੀਆਂ ਗੱਲਾਂ ਬਾਤਾਂ ਚੱਲੀਆਂ, ਬਹੁਤ ਤਨੋਂ ਮਨੋਂ ਸੇਵਾ ਕੀਤੀ ਹੈ। ਸਖਤ ਰੂਢੈ ਪੰਥ ਸਿਧਾਏ, ਗੁਰ ਸੁਲਤਾਨ ਵਿਖੇ ਚਲੇ ਆਏ। ਕਹਿੰਦੇ ਉਹਨੇ ਇਹ ਗੱਲ ਕਹਿਤੀ, ਕਹਿੰਦੇ ਰਿਸ਼ਤਾ ਪੱਕਾ, ਇਹ 'ਚ ਕੋਈ ਝੂਠ ਨਹੀਂ, ਪਰ ਮੈਂ ਕਾਹਲੀ ਨਹੀਂ ਕਰਨੀ। ਮੇਰੀ ਬੇਨਤੀ ਹੈ, ਮੇਰੀ ਧੀ ਰੱਬ ਵਰਗੀ ਹੈ। ਕਿਉਂਕਿ ਇੱਕ ਬਾਪ ਹੁੰਦਾ ਨਾ ਜਿਹੜਾ, ਕਿਉਂਕਿ ਅਜੇ ਨਹੀਂ ਆਪਾਂ ਨੂੰ ਸਮਝ, ਜਦੋਂ ਆਪਾਂ ਪਿਓ ਬਣਾਂਗੇ ਨਾ,
ਫਿਰ ਮਹਿਸੂਸ ਹੋਊਗਾ ਵੀ ਧੀ ਦਾ ਦੁੱਖ ਕੀ ਹੁੰਦਾ। ਤੋ ਇਸ ਕਰਕੇ ਕਹਿੰਦੇ ਇੱਕ ਬਾਪ ਬੜਾ ਕੁਝ ਸੋਚਦਾ। ਸੰਗਤੇ ਮੈਂ ਉਦਣ ਵੀ ਕਿਹਾ ਸੀ, ਕਈ ਬੰਦੇ ਮੈਂ ਜ਼ਿੰਦਗੀ 'ਚ ਵੇਖੇ ਪੱਥਰ ਦਿਲ, ਕਿੱਡੀ ਤੋਂ ਮੌਤ ਹੋ ਜੇ ਉਹਨਾਂ ਦੀਆਂ ਅੱਖਾਂ ਨਹੀਂ ਭਰਦੀਆਂ, ਪਰ ਜਦੋਂ ਧੀ ਨੂੰ ਤੋਰਦੇ ਉੱਚੀ ਉੱਚੀ ਰੋਂਦੇ ਆ। ਇਹ ਇੱਕ ਹੋਰ ਚੀਜ਼ ਨੋਟ ਕਰਿਓ, ਨਿੱਕੇ ਬੱਚਿਆਂ 'ਚ ਵੀ ਇੱਥੇ ਸੰਗਤ ਆਉਂਦੀ ਨਾ, ਬੇਟੇ ਨੂੰ ਜ਼ਿਆਦਾ ਪਿਆਰ ਮਾਂ ਕਰੂਗੀ, ਬੇਟੀ ਨੂੰ ਬਾਪ ਕਰੂਗਾ। ਬਹੁਤਿਆਂ ਥਾਵਾਂ ਤੇ ਮੈਂ ਵੇਖਿਆ ਬੇਟਾ ਹੋਊ ਤੇ ਮਾਂ ਨੇ ਚੁੱਕਿਆ ਹੁੰਦਾ, ਬੱਚੀ ਹੋਵੇ ਤੇ ਪਿਤਾ ਨੇ ਚੁੱਕਿਆ ਹੁੰਦਾ। ਨੋਟ ਕਰ ਲਿਓ ਇਹ ਗੱਲ। ਸਭ ਤੋਂ ਇਹ ਰਿਸ਼ਤਾ ਖਿਚਵਾਂ ਹੁੰਦਾ, ਮਾਂ ਦਾ ਪੁੱਤ ਨਾ ਤੇ ਧੀ ਦਾ ਪਿਓ ਦੇ ਨਾਲ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਦਾਤੇ ਕਹਿੰਦੇ ਫਿਰ ਅਗਲੇ ਦਿਨ ਗੱਡਿਆਂ ਤੇ ਚੜ੍ਹ ਕਰਕੇ ਸੁਲਤਾਨਪੁਰ ਦੇ ਵਿੱਚ ਪਹੁੰਚਣਾ ਕੀਤਾ। ਨਾਨਕੀ ਉਤਸਵ ਪਾਰੀ ਸਗਨ ਬੁਲਾਈ ਨਾਗਰ ਨਾਰੀ। ਔਰ ਕਹਿੰਦੇ ਹਨ ਕਿ ਇਸ ਤਰ੍ਹਾਂ ਬੇਬੇ ਨਾਨਕੀ ਜੀ ਨੇ ਬੜਾ ਉਤਸਵ ਕੀਤਾ। ਸਾਰੀਆਂ ਭੈਣਾਂ ਭਰਜਾਈਆਂ ਨਨਾਣ ਸਾਰੀਆਂ ਜਿਤਨਾ ਵੀ ਸੁਲਤਾਨਪੁਰ ਦੇ ਵਿੱਚ ਮਹਾਰਾਜ ਦਾ ਪਿਆਰ ਤਾਂ ਸਾਰਿਆਂ ਨੇ ਸੀ। ਇਸ ਕਰਕੇ ਬੇਬੇ ਜੀ ਨੇ ਸਾਰੀਆਂ ਭੈਣਾਂ ਨੂੰ ਸੱਦਿਆ, ਵਧਾਈ ਦਿੱਤੀ ਕਿ ਸਗਾਈ ਪੱਕੀ ਹੋ ਗਈ ਹੈ। ਤੋ ਟਾਈਮ ਜ਼ਰੂਰ ਥੋੜ੍ਹਾ ਜਿਹਾ ਵੱਧ ਦੇਤਾ। ਉਹ ਕਹਿੰਦੇ ਸਾਡੀ ਧੀ ਹੈ, ਜੀ ਨਹੀਂ ਕਰਦਾ ਘਲਾਉਣ ਨੂੰ, ਇਸ ਕਰਕੇ ਸਾਨੂੰ ਕਾਹਲੀ ਨਹੀਂ ਵਿਆਹ ਦੀ। ਫਿਰ ਸਾਰਿਆਂ ਨੇ ਆ ਕਰਕੇ ਪ੍ਰੇਮ ਦੇ ਨਾਲ ਮਿਲਣਾ ਕੀਤਾ। ਗਾਵਤ ਗੀਤ ਮਿਲੀ ਪਿਕ ਬਣੀ ਗਾਰੀ ਦੇਹ ਸੁਖਦ ਮਿਤ ਬਿਗਨਾਨੀ। ਕਹਿੰਦੇ ਫਿਰ ਭੈਣਾਂ ਗਿੱਧਾ ਪਾ ਰਹੀਆਂ, ਇੱਕ ਦੂਜੀ ਨਾਲ ਪ੍ਰੇਮ ਕਰ ਰਹੀਆਂ ਹਨ। ਅਸਲ ਦੇ ਵਿੱਚ ਸੰਗਤੇ ਇਹਨੂੰ ਆਪਾਂ ਪਤਤ ਪੁਣਾ ਨਹੀਂ ਕਵਾਂਗੇ। ਅਸਲ ਵਿੱਚ ਪੁਰਾਣੇ ਸਮੇਂ ਦੇ ਵਿੱਚ ਨਾ ਪਿਆਰ ਹੁੰਦਾ ਸੀ ਧੀਆਂ ਭੈਣਾਂ ਦਾ। ਅੱਜ ਵੀ ਲੋਕੀ ਰਾਤ ਨੂੰ ਗਿੱਧਾ ਪਾਉਂਦੇ, ਇਹ ਇੱਕ ਸਾਡਾ ਪਿਆਰ ਹੈ, ਭਾਈਚਾਰਾ ਹੈ ਸੱਭਿਆ। ਇਹਦੇ ਵਿੱਚ ਸਾਡੀਆਂ ਧੀਆਂ ਭੈਣਾਂ ਸਾਡਾ ਵਿਹੜਾ ਭਰਦਾ ਮਿਲਦਾ, 'ਚ ਕੋਈ ਗਲਤ ਗੱਲ ਨਹੀਂ। ਪਰ ਹੁਣ ਆਪਾਂ ਵਿੱਚ ਹੋਰ ਕਈ ਕੁਝ ਫਸਾ ਲਿਆ, ਉਹਨੇ ਜ਼ਰੂਰ ਗਲਤ ਕਰਤਾ। ਤੋ ਇਸ ਕਰਕੇ ਉਸ ਸਮੇਂ ਅੱਜ ਵਰਗਾ ਨਹੀਂ ਸੀ। ਅੱਜ ਤੇ ਆਉਂਦਾ ਤੇ ਕੁਛ ਹੋਰ ਹੈ ਨਹੀਂ ਆ। ਹੁਣ ਕੀ ਕਹੀਏ, ਤੁਹਾਨੂੰ ਪਤਾ ਹੀ ਹੈ ਵੀ ਰਾਤ ਨੂੰ ਭੈਣਾਂ ਤਾਂ ਤੁਸੀਂ ਜਾਂਦੇ ਰਹਿੰਦੇ ਵਿਆਹਾਂ 'ਚ, ਕੋਈ ਚੱਜ ਦਾ ਸ਼ਬਦ ਤੇ ਕਿਸੇ ਨੂੰ ਆਉਂਦਾ ਨਹੀਂ ਹੁੰਦਾ, ਗੰਦਗੀ ਘੋਲਦੇ ਆਖੋ ਸਤਨਾਮ। ਉਦੋਂ ਇੱਦਾਂ ਦੀਆਂ ਬੋਲੀਆਂ ਨਹੀਂ ਸੀ ਪੈਂਦੀਆਂ। ਗੁਰੂ ਨਾਨਕ ਦੇ ਬੇਬੇ ਦੇ ਘਰ ਦੇ ਵਿੱਚ ਭੈਣਾਂ ਨੇ ਸਿੱਠਣੀਆਂ ਦਿੱਤੀਆਂ ਹਨ, ਗੀਤ ਗਾਏ ਹਨ। ਅੰਗਤ ਜਨ ਪਾਵਹਿ ਬਹੁ ਦਾਨਾ ਦੇ ਅਸੀਸ ਵਧੈ ਸੁਖ ਨਾਨਾ। ਕਹਿੰਦੇ ਫਿਰ ਮੰਗਤੇ ਵੀ ਆਏ ਵਧਾਈਆਂ ਦੇਣ। ਕਹਿੰਦੇ ਵਧਾਈ ਹੋਵੇ, ਰੱਬ ਜੀ ਦੇ ਰਿਸ਼ਤੇ ਪੱਕੇ ਹੋਏ ਆ। ਤੋ ਬੇਬੇ ਦਾ ਘਰ ਵੱਡਾ ਹੈ, ਵੱਡਿਆਂ ਦੇ ਘਰ ਵੱਡੇ ਹਨ, ਪਰ ਘਰ ਵੱਡੇ ਹੋਣੇ ਵੱਡੀ ਗੱਲ ਨਹੀਂ, ਦਿਲ ਵੱਡਾ ਹੋਣਾ ਚਾਹੀਦਾ। ਕਈਆਂ ਦੇ ਘਰ ਬੜੇ ਵੱਡੇ ਆ ਤੇ ਦਿਲ ਨਿੱਕੇ ਜਿਹੇ ਆ, ਤੇ ਕਈਆਂ ਦੇ ਘਰ ਨਿੱਕੇ ਤੇ ਦਿਲ ਵੱਡੇ ਸਾਰੇ ਹੈ। ਇਸ ਚੀਜ਼ਾਂ ਰੱਬ ਕਿਸੇ ਨੂੰ ਦਿੰਦਾ ਵੀ ਘਰ ਵੀ ਵੱਡਾ ਤੇ ਦਿਲ ਵੀ ਵੱਡਾ। ਤੋ ਇਸ ਕਰਕੇ ਬੇਬੇ ਦੇ ਪਰਿਵਾਰ ਦਾ ਘਰ ਵੀ ਵੱਡਾ ਤੇ ਦਿਲ ਵੀ ਵੱਡਾ ਹੈ। ਵੱਡੇ ਦਿਲ ਤੋਂ ਬਿਨਾਂ ਦਾਨ ਨਹੀਂ ਕੀਤਾ ਜਾਂਦਾ। ਇੱਕ ਦਿਨ ਰਹਿ ਪੁਰ ਸੁਲਤਾਨਾ ਪੁਨ ਕਾਲੂ ਚ ਕਰਿਓ ਪਿਆਨਾ। ਔਰ ਇਸ ਕਰਕੇ ਕਹਿੰਦੇ ਸੁਲਤਾਨਪੁਰ ਇੱਕ ਰਾਤ ਰਹਿਣਾ ਕੀਤੀ ਹੈ। ਅਗਲੇ ਦਿਨ ਫਿਰ ਪਟਵਾਰੀ ਸਾਹਿਬ ਕਹਿੰਦੇ ਜੀ ਸਾਨੂੰ ਛੁੱਟੀ ਦੇ ਦਿਓ, ਸਾਨੂੰ ਵਿਦਾ ਕਰ ਦਿਓ, ਅਸੀਂ ਜਾਣਾ ਹੈ ਵਾਪਸ। ਕ੍ਰਿਤ ਪਟਵਾਰੀ ਅਬ ਗਮਨੋ ਮੈਂ ਹਿਰਦੇ ਵਿਚਾਰੀ। ਤੇ ਸਾਰੇ ਕਹਿੰਦੇ ਪਟਵਾਰੀ ਸਾਹਿਬ 2-4 ਦਿਨ ਠਹਿਰੋ। ਕਹਿੰਦੇ ਨਹੀਂ, ਮੇਰਾ ਪਟਵਾਰ ਖਾਨੇ ਦਾ ਕੰਮ ਰੁਕਿਆ ਹੈ, ਕਈ ਕਾਰਜ ਕਰਨ ਵਾਲੇ ਹਨ, ਮੇਰਾ ਸਰਦਾ ਨਹੀਂ ਹੈ, ਤੁਸੀਂ ਬਾਕੀ ਸਾਰੇ ਰਹਿ ਪਓ, ਪਰ ਮੈਨੂੰ ਵਿਦਾ ਕਰ ਦਿਓ। ਚਲਨ ਬੈਨ ਸੁਨ ਕਰ ਮਰਦਾਨਾ ਗਮਨੇ ਜਹਾਂ ਹੁਤੇ ਗਤ ਦਾਨਾ। ਕਹਿੰਦੇ ਪਟਵਾਰੀ ਸਾਹਿਬ ਦੇ ਮਗਰ ਹੀ ਹੌਲੀ ਜੀ ਭਾਈ ਮਰਦਾਨਾ ਵੀ ਜਾ ਵੜਿਆ ਬਾਬੇ ਕੋ। ਮਾਰੇ ਕਹਿੰਦੇ ਤੂੰ ਕਿਧਰ? ਜੇ ਮਹਾਰਾਜ ਮੈਂ ਵੀ ਤੁਹਾਡੇ ਨਾਲ ਬਚਨ ਕਰਨਾ ਹੈ। ਨਿਕਟ ਜਾਏ ਕਰ ਗਿਰਾਵ ਖਾਨੀ ਸੁਨ ਜਜਮਾਨ ਅਧਿਕ ਤੁਮ ਦਾਨੀ। ਕਹਿਣ ਲੱਗੇ ਬੜੇ ਪ੍ਰੇਮ ਨਾਲ, ਕਹਿੰਦਾ ਜਜਮਾਨ ਮੇਰੇ ਵੀਰ ਨਾਨਕ ਜੀ। ਤੇ ਮਹਾਰਾਜ ਨੂੰ ਪਤਾ ਤਾਂ ਲੱਗ ਗਿਆ ਵੀ ਜਿਹੜਾ ਮਿੱਠੀਆਂ ਜਿਹੀਆਂ ਗੱਲਾਂ ਕਰਦਾ ਜਾਊਗਾ, ਆਖੋ ਸਤਨਾਮ। ਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਬੈਠੇ, ਭਾਈ ਸਾਹਿਬ ਕਿਤੇ ਮੈਨੂੰ ਕਾਰਜ ਹੋਵੇ ਨਾ, ਇਹ ਵੀ ਹੌਲੀ ਜੀ ਕਹੂ ਚੰਗਾ ਫਿਰ ਭਾਈ ਸਾਹਿਬ ਮੈਂ ਵੀ ਚੱਲਦਾ। ਤੇ ਮੈਂ ਕਹੂੰ ਜਦੋਂ ਲੋੜ ਉਦੋਂ ਤੂੰ ਭੱਜ ਜਾਨਾ, ਜਦੋਂ ਲੋੜ ਨਹੀਂ ਉਦੋਂ ਤੂੰ ਕੋਲੇ ਰਹਿਣਾ ਹੈ।
ਤੇ ਇਸ ਕਰਕੇ ਪਿੱਛੇ ਜੇ ਲੋੜ ਸੀ ਨਾ ਵੀ ਭਾਈ ਸਾਹਿਬ ਵੀ ਹੈ ਨਹੀਂ ਤੇ ਕੋਈ ਨਾ ਆਵੇ, ਕਈ ਵਾਰੀ 3-3 ਫੌਜਾਂ ਆ ਜਾਂਦੀਆਂ, ਆਖੋ ਸਤਨਾਮ। ਤੇ ਇਸ ਕਰਕੇ ਅੱਜ ਬਾਬਾ ਵਾਹਿਗੁਰੂ ਮਰਦਾਨਾ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ, ਬੜੇ ਮਿੱਠੇ ਜੇ ਬੋਲ ਬੋਲੇ। ਨਾਨਕ ਹੱਸ ਪਏ, ਕਹਿੰਦੇ ਹਾਂ ਪਤਾ ਤਾਂ ਲੱਗ ਗਿਆ ਮਹਾਰਾਜ ਨੂੰ, ਕਹਿੰਦੇ ਬੋਲ ਕੀ ਕਹਿਣਾ ਹੈ। ਸਭ ਸੋ ਭਈ ਸਗਾਈ ਮੁਝ ਦੀਜੈ ਨਿਜ ਅਬੈ ਵਧਾਈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਮਹਾਰਾਜ ਸਾਰਿਆਂ ਨੂੰ ਵਧਾਈ ਦੇ ਦਿੱਤੀ ਹੈ ਤੇ ਮੇਰਾ ਚੇਤਾ ਨਹੀਂ ਆਇਆ। ਆਖੋ ਸਤਨਾਮ। ਹੈ ਸਾਰੇ ਮੰਗਤੇ ਲੈ ਗਏ, ਲਾਗੀ ਲੈ ਗਏ, ਨਾਈ ਲੈ ਗਏ, ਭਾਈ ਲੈ ਗਏ, ਦਾਈ ਲੈ ਗਏ। ਇੱਧਰ ਵੀ ਖਿਆਲ ਕਰੋ, ਮੈਂ ਵੀ ਮਰਾਸੀ ਹਾਂ, ਮੇਰੀ ਵਧਾਈ ਕਿੱਥੇ ਹੈ। ਕਹਿੰਦੇ ਮਹਾਰਾਜ ਜਦੋਂ ਕੰਮ ਕਰਾਉਣਾ ਸੀ ਤੇ ਮੈਨੂੰ ਵਰਤ ਲਿਆ। 24 ਘੰਟੇ ਕਈ ਵਾਰੀ ਆਪਾਂ ਕਹਿੰਦੇ ਨਾ ਸਾਰਿਆਂ ਨੂੰ ਭਾਜੀ ਦੇਤੀ ਹੈ, ਤੇ ਜਿਹੜਾ ਦਿਨੇ ਰਾਤ ਨਾਲ ਕੰਮ ਕਰਾਉਂਦਾ ਉਹਦਾ ਚੇਤਾ ਭੁੱਲ ਗਿਆ। ਕਈ ਵਾਰੀ ਏਦਾਂ ਵੀ ਹੁੰਦਾ ਵੀ ਜਿਹਨੇ ਜ਼ਿਆਦਾ ਨਾਲ ਵਿਆਹ 'ਚ ਕੀਤਾ ਉਹਦਾ ਚੇਤਾ ਭੁੱਲ ਜਾਂਦਾ, ਤੇ ਆਪਾਂ ਫਿਰ ਗਿਲਾ ਕਰੀਦਾ ਵੀ ਦੂਜੇ ਫਿਰ ਜਿਹੜੇ 15 ਮਿੰਟ ਆਏ ਉਹਨਾਂ ਨੂੰ ਸੂਟ ਵੀ, ਉਹਨਾਂ ਨੂੰ ਸ਼ਗਨ ਵੀ, ਤੇ ਜਿਹੜਾ 4 ਦਿਨ ਖਪਦਾ ਰਿਹਾ ਉਹਦਾ ਚੇਤਾ ਹੀ ਨਹੀਂ ਆਇਆ। ਤੇ ਭਾਈ ਮਰਦਾਨਾ ਜੀ ਕਹਿੰਦੇ ਮੇਰੇ ਬਾਰੇ ਕੀ ਖਿਆਲ ਹੈ, ਬਾਕੀਆਂ ਨੂੰ ਤਾਂ ਵੰਡੀ ਜਾਣਾ, ਇੱਧਰ ਵੀ ਸੋਚ ਲਾ। ਹਾਂਜੀ। ਅਨੇਕ ਤੁਮ ਤੇ ਬਰਸਾਨੇ ਪਾਵੇਂ ਜਾਚਕ ਨਿਜ ਮਨ ਪਾਨੇ। ਕਹਿੰਦੇ ਜਿਤਨੇ ਵੀ ਮੰਗਤੇ ਆਏ ਝੋਲੀਆਂ ਭਰ ਭਰ ਕੇ ਵਰਸਾ ਦਿੱਤੇ ਮਹਾਰਾਜ, ਬਹੁਤ ਨਿਹਾਲ ਕੀਤੇ ਹਨ। ਮੈਂ ਨਾ ਜਾਚ ਨਾ ਕੀਨੀ ਤੁਮ ਪਿਤ ਦੇਤ ਵਸਤੂ ਸੋਲੀਨੀ। ਹੋਰ ਇਸ ਕਰਕੇ ਕਹਿੰਦੇ ਹਨ ਕਿ ਬਾਪੂ ਜੀ ਤੇ ਨਿਕਲ ਚੱਲੇ। ਆਖੋ ਸਤਨਾਮ। ਫੇਰ ਕਹਿ ਦਿਓ। ਭਾਈ ਮਰਦਾਨਾ ਜੀ ਕਹਿੰਦੇ ਪਟਵਾਰੀ ਸਾਹਿਬ ਤੇ ਖਿਸਕਣ ਲੱਗੇ ਝੋਲਾ ਲੈ ਕੇ, ਇਹਨੂੰ ਕਹਿ ਪਿਓ ਆ ਮੁੰਡੇ ਦਾ, ਇੱਧਰ ਆ ਮਾੜਾ ਜਿਹਾ। ਆਖੋ ਸਤਨਾਮ। ਭਾਈ ਮਰਦਾਨਾ ਕਹਿੰਦਾ ਉਹ ਤੇ ਚੱਲਿਆ, ਤੇ ਤੇਰਾ ਤੇ ਮੈਨੂੰ ਪਤਾ ਹੀ ਆ ਨਾਨਕਾ ਵੀ ਤੂੰ ਤੇ ਆਪ ਨੀ ਕੋਲੇ ਕੁਝ ਰੱਖਦਾ, ਤੇ ਮੈਨੂੰ ਕੀ ਦੇਣਾ। ਇਸ ਕਰਕੇ ਇਹਦਾ ਝੋਲਾ ਭਰਿਆ ਹੀ। ਪਤਾ ਮਰਦਾਨੇ ਨੂੰ ਵੀ ਸੀ ਵੀ ਨਾਨੀ ਨੇ ਵੀ ਬੜੇ ਸੁੱਟੇ, ਨਾਨੇ ਨੇ ਵੀ, ਦਾਦੀ ਦਾਦੇ ਨੇ ਵੀ, ਤੇ ਸਹੁਰੇ ਨੇ ਵੀ, ਤੇ ਚਾਚੇ ਨੇ ਵੀ, ਸਾਰਿਆਂ ਖੁੱਲੇ ਵੰਡੇ। ਉਹਨੂੰ ਪਤਾ ਸੀ ਪਟਵਾਰੀ ਸਾਹਿਬ ਦਾ ਝੋਲਾ ਬੰਦ ਹੀ ਰਿਹਾ। ਕੋ ਸਤਨਾਮ। ਕਹਿੰਦੇ ਇਹਨੇ ਨਹੀਂ ਕੱਢਿਆ ਕੋਈ, ਇਹ ਚੱਲਿਆ ਹੁਣ, ਤੇ ਇਹਨੂੰ ਕਹਿਣਾ ਕੀ ਹੈ, ਤੁਮ ਪਿਤਾ ਦੇਤ ਵਸਤ ਸੋ ਲੀਨੀ। ਕਿ ਪਟਵਾਰੀ ਸਾਹਿਬ ਖਾਲੀ ਹੱਥੀ ਨਹੀਂ ਸਰਨਾ, ਥੋੜਾ ਜਿਹਾ ਹੱਥ ਢਿੱਲਾ ਇੱਧਰ ਨੂੰ ਵੀ ਕਰੋ, ਸਮਾਂ ਸੰਪੂਰਨ ਹੋ ਗਿਆ ਹੈ। ਤੁਮਾਰੇ ਸੱਚੇ ਪਾਤਸ਼ਾਹ ਜੀ ਦਾ ਬੜਾ ਆਨੰਦ ਵਾਲਾ ਪ੍ਰਸੰਗ ਚੱਲ ਰਿਹਾ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ। ਸਾਧ ਸੰਗਤ ਜੀ ਆਪ ਸੰਗਤਾਂ ਆਨੰਦ ਲੈ ਰਹੇ ਹੋ, ਆਪਾਂ ਵੀ ਝੋਲੀ ਕਰੀਏ। ਮਹਾਰਾਜ ਸਾਡੇ ਬਾਰੇ ਕੀ ਖਿਆਲ ਹੈ। ਮਹਾਰਾਜ ਨੇ ਕਹਿਣਾ ਤੁਹਾਨੂੰ ਤੇ ਅੱਗੇ ਇੰਨਾ ਦਿੱਤਾ, ਹੋਰ ਕੀ ਕਰਾਂ ਮੈਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਇਆ ਦੇ ਸਾਗਰ ਹੈ, ਦਿਨ ਦਾ ਸਤਿਗੁਰੂ ਹੈ, ਪਰ ਕਈ ਬੜੇ ਦੁਖੀ ਹੁੰਦੇ ਜੀ। ਰੋਟੀ ਤਾਂ ਮਹਾਰਾਜ ਦਿੰਦਾ ਸਾਰੇ ਪਾਸੇ, ਪਰ ਕਈ ਬਿਮਾਰ ਹੋ ਜਾਂਦੇ। ਕਹਿੰਦੇ ਉਹ ਜਰ ਨਹੀਂ ਹੁੰਦਾ ਕਿਸੇ ਤੋਂ ਕੋਈ ਰੋਟੀ ਖਾਂਦਾ ਨਾ, ਅੱਜ ਦੁਨੀਆ ਦੀ ਫਿਦਰਤ ਹੈ। ਦਿਨ ਦਾ ਰੱਬ ਹੈ, ਸੜਦਾ ਜੱਗ ਹੈ। ਮੈਂ ਕਹਿੰਦਾ ਜਦੋਂ ਕੋਈ ਵੀ ਤਰੱਕੀ ਕਰਦਾ, ਕਈਆਂ ਦਾ ਤੇ ਵੱਸ ਚੱਲਦਾ ਹੋਵੇ ਤੇ ਗੋਲੀ ਮਾਰ ਦੇਣਾ। ਇੰਨੇ ਤੰਗ ਹੁੰਦੇ ਨਾ ਵੇਖ ਕੇ ਵੀ ਕੋਈ ਰੋਟੀ ਕਿਉਂ ਖਾਂਦਾ, ਇਹ ਪਤਾ ਨਹੀਂ ਕਿਉਂ। ਕਹਿੰਦੇ ਉਹਨੇ ਗੋਲੀ ਨੇ ਨਹੀਂ ਬੰਦੇ ਮਾਰੇ ਜਿੰਨੇ ਸਾਡੀਆਂ ਅੱਖਾਂ ਨੇ ਮਾਰਤੇ ਆ, ਉਹਨੇ ਪੱਥਰਾਂ ਨੇ ਬੰਦੇ ਜ਼ਖਮੀ ਨਹੀਂ ਕੀਤੇ ਜਿੰਨੇ ਸਾਡੀ ਜ਼ੁਬਾਨ ਨੇ ਕੀਤੇ ਹੈ। ਸਤਿਗੁਰੂ ਮਹਾਰਾਜ ਸਾਹਿਬ ਕਿਰਪਾ ਕਰਨ। ਹਮ ਭੀਖਕ ਭੇਖਾਰੀ ਤੇਰੇ, ਹਮ ਭੀਖਕ ਭੇਖਾਰੀ ਤੇਰੇ, ਭੀਖਕ ਭੇਖਾਰੀ ਤੇਰੇ, ਹਮ ਭੀਖਕ ਭੇਖਾਰੀ ਤੇਰੇ। ਤੂੰ ਨਿਜ ਪਤ ਹੈ ਦਾਤਾ, ਤੂੰ ਨਿਜ ਪਤ ਹੈ ਦਾਤਾ, ਤੂੰ ਨਿਜ ਪਤ ਹੈ ਦਾਤਾ, ਤੂੰ ਨਿਜ ਪਤ ਹੈ ਦਾਤਾ। ਭਾਦੇ ਮਾਲਕਾ ਸਾਨੂੰ ਖੈਰ ਬੰਦਗੀ ਦੀ, ਭਾਦੇ ਮਾਲਕਾ ਸਾਨੂੰ ਖੈਰ ਬੰਦਗੀ ਦੀ।
ਆਵੇ ਮਾਲਕਾ ਸਾਨੂੰ ਖੈਰ ਬੰਦਗੀ ਦੀ। ਵਾਦੇ ਨਾਨਕਾ ਸਾਨੂੰ ਖੈਰ ਬੰਦਗੀ ਦੀ। ਵਾਦੇ ਨਾਨਕਾ ਸਾਨੂੰ ਖੈਰ ਬੰਦਗੀ ਦੀ। ਵਾਦੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਗੁਰੂ